ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵਲੀਨ ਤੇ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ। ਵੈਲਕਮ ਟੂ ਮਾਈ ਸ਼ੋ ਫਲਾਈ ਵਿਦ ਸਕਾਈ। ਅਸੀਂ ਲੈ ਕੇ ਹਾਜ਼ਰ ਹਾਂ ਖਾਸ ਐਕਸਪਰਟ ਦੇ ਨਾਲ ਖਾਸ ਗੱਲਬਾਤ ਤੇ ਅੱਜ ਮੇਰੇ ਨਾਲ ਖਾਸ ਐਕਸਪਰਟ ਨੇ ਗਲੋਬਲ ਪ੍ਰੈਜ਼ੈਂਸ ਗਰੁੱਪ ਤੋਂ ਬਿਸਮਨ ਸਿੰਘ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਫਲਾਈ ਵਿਦ ਸਕਾਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਤੇ ਗਲੋਬਲ ਪ੍ਰੈਜ਼ੈਂਸ ਗਰੁੱਪ ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ ਮੈਮ, ਤੁਸੀਂ ਸੁਣਾਓ? ਠੀਕ ਠਾਕ ਹੋ? ਵਧੀਆ ਵਧੀਆ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕੀ ਲੇਟੈਸਟ ਅਪਡੇਟਸ ਚੱਲ ਰਹੇ ਨੇ ਇਮੀਗ੍ਰੇਸ਼ਨ ਨੂੰ ਲੈ ਕੇ, ਜੇਕਰ ਗੱਲ ਕਰੀਏ ਯੂਕੇ, ਕੈਨੇਡਾ ਤੇ ਆਸਟ੍ਰੇਲੀਆ ਦੀ। ਕੁਐਸਚਨ ਬੜਾ ਵਧੀਆ ਜੀ। ਦੇਖੋ, ਪਹਿਲਾਂ ਤਾਂ ਆਪਾਂ ਬਹੁਤ ਟਾਈਮ ਤੋਂ ਇੱਕ ਲਗਭਗ 1.5 ਸਾਲ ਹੀ ਹੋ ਗਿਆ ਕਿ ਆਪਾਂ ਦੇਖ ਰਹੇ ਹਾਂ ਕਿ ਕੋਵਿਡ ਦਾ ਪ੍ਰਕੋਪ ਬਹੁਤ ਹੀ ਮਾੜਾ ਪਿਆ ਹੈ ਸਾਰੇ ਇੰਡਸਟਰੀ ਦੇ ਉੱਤੇ। ਸਾਰੀ ਇੰਡਸਟਰੀਜ਼, ਭਾਵੇਂ ਉਹ ਇਮੀਗ੍ਰੇਸ਼ਨ ਹੋਵੇ ਜਾਂ ਭਾਵੇਂ ਉਹ ਟੈਲੀਕਮਿਊਨੀਕੇਸ਼ਨ ਹੋਵੇ, ਭਾਵੇਂ ਉਹ ਸਿਨੇਮਾ ਹਾਲ ਹੋਣ, ਭਾਵੇਂ ਕੋਈ ਵੀ ਫੀਲਡ ਹੋਵੇ, ਸਾਰੇ 'ਤੇ ਬਹੁਤ ਪ੍ਰਭਾਵ ਪਿਆ। ਸੋ ਇਮੀਗ੍ਰੇਸ਼ਨ ਦੇ ਉੱਤੇ ਪ੍ਰਭਾਵ ਇਸ ਕਰਕੇ ਪਿਆ ਹੈ ਕਿ ਫਲਾਈਟਾਂ ਬੰਦ, ਬਾਰਡਰ ਬੰਦ ਸਾਰੇ। ਕੋਈ ਕੰਟਰੀ, ਕਿਸੇ ਵੀ ਕੰਟਰੀ ਨੇ ਆਪਦੇ ਬਾਰਡਰ ਖੋਲ੍ਹੇ ਨਹੀਂ, ਬੰਦ ਕੀਤੇ ਹੋਏ ਸੀ, ਪ੍ਰੋਸੈਸਿਸ ਬੰਦ ਸੀਗੇ। ਹੁਣ ਜਦੋਂ ਕੋਵਿਡ ਦੇ ਕੇਸਿਸ ਘੱਟ ਹੋਣੇ ਸ਼ੁਰੂ ਹੋਏ ਹੈ, ਵੈਕਸੀਨ ਦੇ ਉੱਤੇ ਹਰੇਕ ਕੰਟਰੀ ਦਾ ਬਹੁਤ ਜ਼ੋਰ ਚੱਲ ਰਿਹਾ ਹੈ, ਜ਼ੋਰ ਲਾ ਰਿਹਾ ਕਿ ਮੈਕਸਿਮਮ ਜਿਹੜੇ ਵੀ ਪੋਪੂਲੇਸ਼ਨ ਹੈ ਉਹ ਸਿੰਗਲ ਸ਼ਾਟ ਲੈ ਕੇ, ਡਬਲ ਸ਼ਾਟ ਲੈ ਕੇ ਆਪਣੀ ਆਪ ਦੀ ਵੈਕਸੀਨ ਲਵਾ ਕੇ ਆਪਣੇ ਆਪ ਨੂੰ ਇਸ ਕਰੋਨਾ ਤੋਂ ਬਚਾਉਣ। ਸੋ ਉਹਦੇ ਕਰਕੇ ਜਦੋਂ ਹੁਣ ਮੈਕਸਿਮਮ ਲੋਕ ਆਪਦੇ ਵੈਕਸੀਨਸ ਲਵਾ ਰਹੇ ਹੈ ਅਤੇ ਜਦੋਂ ਆਪਾਂ ਦੇਖ ਰਹੇ ਕਿ ਕੋਵਿਡ ਦੇ ਕੇਸਿਸ ਵੀ ਮੈਮ ਘੱਟ ਰਹੇ ਨੇ, ਸੋ ਉਹਦੇ ਵਿੱਚ ਹੁਣ ਦੇਖ ਰਹੋ, ਆਪ ਹੀ ਤੁਸੀਂ ਦੇਖੋ ਤੇ ਕਿ ਜਿੰਨੇ ਵੀ ਕੰਟਰੀਜ਼ ਹੈ, ਯੂਕੇ ਦੀ ਗੱਲ ਕਰੀਏ ਆਪਾਂ, USA ਦੀ ਗੱਲ ਕਰੀਏ ਆਪਾਂ, ਕੈਨੇਡਾ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਵੈਸੇ ਵੀ ਪੰਜਾਬੀ ਪਿਆਰ ਜਿਹੜੇ ਮੁਲਕ ਨੂੰ ਕਰਦੇ ਉਹਨੂੰ ਸਾਰੇ ਆਪਾਂ ਹਰ ਵਾਰੀ ਬੋਲਦੇ ਹੀ ਹਾਂ ਕਿ ਉਹ ਕੈਨੇਡਾ ਹੀ ਹੈ। ਸੋ ਕੈਨੇਡਾ ਨੇ ਵੀ ਬਾਰਡਰਸ ਖੋਲ੍ਹੇ ਆ, ਆਪ ਦੀ ਹੁਣ ਡਾਇਰੈਕਟ ਫਲਾਈਟਸ ਵੀ ਖੋਲ੍ਹਤੀਆਂ। ਪਹਿਲਾਂ ਜਿਹੜੀ ਫਲਾਈਟਾਂ 3-3 ਲੱਖ ਰੁਪਏ ਦੀ ਮਿਲ ਰਹੀ ਸੀ, ਉਹ ਫਲਾਈਟ ਹੁਣ ਅੱਧੋ ਅੱਧ ਰੇਟ 'ਤੇ ਵੀ ਆ ਗਈ ਹੈ। ਸੋ ਇਸ ਕਰਕੇ ਹੁਣ ਜਦੋਂ ਪ੍ਰੋਸੈਸਿਸ ਖੁੱਲ੍ਹਣੇ ਸ਼ੁਰੂ ਹੋਏ ਨੇ ਅਤੇ ਇਹ ਮੈਂ ਸਮਝਦਾ ਕਿ ਸਾਰੇ ਲਈ ਬਹੁਤ ਵਧੀਆ ਗੱਲ ਹੈ। ਕੇਸਿਸ ਵੀ ਕੋਵਿਡ ਦੇ ਘੱਟ ਰਹੇ ਹੈ ਅਤੇ ਇਮੀਗ੍ਰੇਸ਼ਨ ਦੇ ਕੇਸਿਸ ਵੱਧ ਰਹੇ ਹੈ, ਸਟੂਡੈਂਟ ਵੀਜ਼ਾ 'ਤੇ ਲੋਕ ਵੱਧ ਜਾ ਰਹੇ ਹੈ, PR ਲਈ ਲੋਕ ਜ਼ਿਆਦਾ ਅਪਲਾਈ ਕਰ ਰਹੇ ਹੈ। ਸੋ ਇਹ ਮੈਨੂੰ ਲੱਗਦਾ ਕਿ ਹੌਲੀ ਹੌਲੀ ਚੀਜ਼ ਸਟਰੀਮਲਾਈਨ ਹੋਊਗੀ ਅਤੇ ਜਿਵੇਂ 2017, 18, 19 'ਚ ਪ੍ਰੋਸੈਸ ਚੱਲਦਾ ਸੀ ਉੱਦਾਂ ਹੀ ਤੁਰੂਗਾ। ਹਾਂਜੀ, ਇਹ ਵਧੀਆ ਗੱਲ ਹੈ ਕਿ ਸਭ ਕੁਝ ਨੋਰਮਲ ਹੋ ਗਿਆ। ਅੱਛਾ, ਜੇਕਰ ਗੱਲ ਕਰੀਏ ਸਟੂਡੈਂਟ ਵੀਜ਼ਾ ਦੀ, ਤਾਂ ਤੁਸੀਂ ਪਲੀਜ਼ ਦੱਸੋ ਕਿ ਕਿਹੜਾ ਇਨਟੇਕ ਚੱਲ ਰਿਹਾ ਹੈ ਅਤੇ ਸਟੂਡੈਂਟਸ ਨੂੰ ਕਿਹੜੇ ਇਨਟੇਕ ਦੇ ਲਈ ਅਪਲਾਈ ਕਰਨਾ ਚਾਹੀਦਾ ਹੈ? ਕੈਨੇਡਾ ਦੀ ਜੇ ਆਪਾਂ ਗੱਲ ਕਰੀਏ ਲਵਲੀਨ ਜੀ, ਦੇਖੋ ਕੈਨੇਡਾ ਵਿੱਚ ਜਨਵਰੀ ਇਨਟੇਕ ਹੁਣ ਚੱਲ ਰਿਹਾ ਅਤੇ ਜਿਵੇਂ ਮੈਂ ਇਹ ਵੀ ਕਹਿ ਰਿਹਾ ਕਿ ਚੱਲ ਵੀ ਰਿਹਾ ਪਰ ਆਲਮੋਸਟ ਲਗਭਗ ਖਤਮ ਵੀ ਹੈਗਾ। ਸੋ ਆਪਾਂ ਜਨਵਰੀ ਇਨਟੇਕ ਵਿੱਚ ਪਿਛਲੇ 2-3 ਮਹੀਨਿਆਂ ਤੋਂ ਆਪਾਂ ਦਾਖਲੇ ਕਰਾ ਰਹੇ ਹਾਂ ਹਰੇਕ ਕਾਲਜ, ਹਰੇਕ ਯੂਨੀਵਰਸਿਟੀ ਦੇ ਵਿੱਚ। ਪਲੱਸ ਜਿਵੇਂ ਕੋਵਿਡ ਦਾ ਜਿਹੜਾ ਪ੍ਰਕੋਪ ਹੈ ਜਾਂ ਕੋਵਿਡ ਦਾ ਜਿਹੜਾ ਇੰਪੈਕਟ ਪਿਆ, ਉਹ ਪਿਛਲੇ 2-3 ਇਨਟੇਕਸ ਵਿੱਚ ਬੜੇ ਸਾਨੂੰ ਜਿਹੜੇ ਕੇਸਿਸ ਹੈ ਉਹ ਡੈਫਰ ਕਰਾਈ ਜਾ ਰਹੇ ਸੀ। ਡੈਫਰ ਦਾ ਮਤਲਬ ਹੁੰਦਾ ਜੀ ਕਿ ਅੱਗੇ ਆਪਾਂ ਐਡਮਿਸ਼ਨ ਨੂੰ ਪੋਸਟਪੋਨ ਕਰਾ ਰਹੇ ਸੀਗੇ। ਸੋ ਉਹਦੇ ਨਾਲ ਹੋਇਆ ਕੀ ਹੈ ਕਿ ਜਿਵੇਂ ਹੁਣ ਅਗਲਾ ਜਨਵਰੀ ਇਨਟੇਕ ਹੈ, ਜਨਵਰੀ ਦੇ ਵੀਜ਼ੇ ਵੀ ਆ ਰਹੇ ਹੈ, ਜਨਵਰੀ ਦੇ ਕੇਸਿਸ ਹਾਲੇ ਵੀ ਲਾ ਵੀ ਰਹੇ ਹਾਂ ਆਪਾਂ। ਸੋ ਜਨਵਰੀ ਦੇ ਵਿੱਚ ਜਿਹੜੇ ਕੇਸਿਸ ਹੈ ਉਹ ਫਰੈਸ਼ ਕੇਸਿਸ ਇਸ ਕਰਕੇ ਘੱਟ ਗਏ ਕਿਉਂਕਿ ਪੁਰਾਣੇ ਜਿਹੜੇ ਇਨਟੇਕ ਦੇ ਕੇਸਿਸ ਸੀਗੇ ਉਹ ਹੌਲੀ ਹੌਲੀ ਡਿਫਰ ਕਰਾ ਕੇ ਜਨਵਰੀ ਵਿੱਚ ਵੀ ਦਾਖਲੇ ਉਹਨਾਂ ਦੇ ਪੋਸਟਪੋਨ ਕਰਾਏ ਹੈ। ਸੋ ਜਿਹੜੇ ਫਰੈਸ਼ ਐਡਮਿਸ਼ਨਸ ਵਾਲੇ ਬੱਚੇ ਸੀਗੇ ਉਹਨਾਂ ਦੇ ਕੋਲੇ ਆਪਸ਼ਨਸ ਘੱਟ ਰਹਿ ਗਈਆਂ। ਇਸ ਕਰਕੇ ਇਸ ਟਾਈਮ 'ਤੇ ਜੇ ਆਪਾਂ ਵੀ ਐਡਮਿਸ਼ਨ ਦੀ ਗੱਲ ਕਰੀਏ, ਆਪਾਂ ਜਿਵੇਂ ਗਲੋਬਲ ਪ੍ਰੈਜ਼ੈਂਸ ਗਰੁੱਪ ਦੀ ਗੱਲ ਕਰਾਂ ਜਾਂ ਹੋਰ ਵੀ ਜਿਹੜੇ ਸਾਡੇ ਕੰਸਲਟੈਂਟਸ ਹੈਗੇ ਆ, ਉਹ ਮੇਨ ਟੇਕ ਵੱਲ ਵੀ ਤੁਰ ਪਏ ਆ, ਮੇਨ ਟੇਕ ਦੇ ਵੀ ਦਾਖਲੇ ਕਰਾ ਰਹੇ, ਅਸੀਂ ਵੀ ਕਰਾ ਰਹੇ ਹਾਂ, ਵੀਜ਼ੇ ਵੀ ਪੁੱਟ ਅਪ ਕਰ ਰਹੇ ਹਾਂ। ਬਟ ਜਨਵਰੀ ਇਨਟੇਕ ਵੀ ਚੱਲ ਰਿਹਾ, ਬਟ ਉਹਦੇ ਸਾਡੇ ਕੋਲ ਜਿਹੜੇ ਆਪਸ਼ਨਸ ਆ ਬਹੁਤ ਘੱਟ ਨੇ। ਸੋ ਆਪਾਂ ਜੇ ਦਾਖਲੇ ਦੀ ਗੱਲ ਕਰੀਏ ਤੇ ਮੇਨ ਟੇਕ ਦੇ ਉੱਤੇ ਜ਼ਿਆਦਾ ਜ਼ੋਰ ਹੈ ਬਸ। ਬਟ ਜਿਹੜੇ ਰਿਜੈਕਟਡ ਕੇਸਿਸ ਨੇ, ਜਿਵੇਂ ਕੁਛ ਜਿਨ੍ਹਾਂ ਦੇ ਬਾਇਓਮੈਟ੍ਰਿਕ ਹੋਏ ਹੈ, ਜਿਨ੍ਹਾਂ ਨੇ ਆਪਣੀ GIC ਦੀ ਫੀਸਾਂ ਭਰੀਆਂ ਹੋਈਆਂ, ਉਹ ਬੰਦੇ ਅੱਜ ਦੀ ਡੇਟ ਵਿੱਚ ਵੀ ਜਨਵਰੀ ਇਨਟੇਕ ਵਿੱਚ ਦਾਖਲਾ ਲੈ ਸਕਦੇ ਆ ਕਿਉਂਕਿ ਨਾ ਉਹਨਾਂ ਦੇ ਬਾਇਓਮੈਟ੍ਰਿਕ ਦੀ ਡੇਟ ਸਾਨੂੰ ਲੈਣ ਦੀ ਲੋੜ ਹੈ ਅਤੇ ਨਾ ਹੀ ਸਾਨੂੰ GIC ਦੁਆਰਾ ਭਰਨ ਦੀ ਲੋੜ ਹੈ। ਅਤੇ ਉਹਨਾਂ ਲਈ ਇਹ ਇੱਕ ਸੈੱਟ ਟਾਈਮ ਹੈ, ਉਹ ਵੀ 10-15 ਦਿਨ, 20 ਦਿਨ ਮੈਕਸਿਮਮ ਆਪਾਂ ਹੋਰ ਜਨਵਰੀ ਇਨਟੇਕ ਵੱਲ ਫੋਕਸ ਕਰ ਸਕਦੇ ਹਾਂ, ਨਹੀਂ ਤਾਂ ਉਹ ਵੀ ਟਾਈਮ ਨਿਕਲ ਜਾਣਾ ਅਤੇ ਆਪਾਂ ਮਈ 'ਤੇ ਆ ਜਾਵਾਂਗੇ। ਅੱਛਾ ਸਰ, ਅਬਰੋਡ ਜਾਣ ਲਈ ਸਹੀ ਟਾਈਮ ਕਿਹੜਾ ਹੈ? ਜਿਵੇਂ ਕਿ ਤੁਸੀਂ ਕਿਹਾ ਕਿ ਕੈਨੇਡਾ ਜਾਣ ਲਈ ਕਾਫੀ ਲਿਮਿਟਿਡ ਸੀਟਸ ਰਹਿ ਗਈਆਂ ਨੇ, ਅਜਿਹੇ ਵਿੱਚ ਸਟੂਡੈਂਟਸ ਨੂੰ ਕੀ ਕਰਨਾ ਚਾਹੀਦਾ ਹੈ? ਦੇਖੋ, ਸਟੂਡੈਂਟਸ ਨੂੰ ਲਵਲੀਨ ਜੀ ਕੀ ਕਰਨਾ ਚਾਹੀਦਾ ਕਿ ਜਿਵੇਂ 12ਵੀਂ ਕੀਤੀ, ਜਿਨ੍ਹਾਂ ਨੇ ਤਾਂ 12ਵੀਂ ਕੀਤੀ, ਹਰੇਕ ਸੈਗਮੈਂਟ, ਹਰੇਕ ਕ੍ਰਾਈਟੇਰੀਆ, ਹਰੇਕ ਇੰਡੀਵਿਜੂਅਲੀ ਡਿਫਰੈਂਟ ਹੁੰਦਾ। ਸੋ ਜਿਨ੍ਹਾਂ ਨੇ ਬੈਚਲਰ ਡਿਗਰੀ ਹੁਣ ਕੀਤੀ ਹੈ
ਉਹ ਸਹੀ ਟਾਈਮ ਹੈ। ਆਪਣੇ ਆਇਲਸ ਦਾ ਪੇਪਰ ਜੇ ਆਪ ਦਾ ਤੁਸੀਂ ਦਿੱਤਾ ਹੋਇਆ ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਤੇ ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਹੈ, ਤੁਸੀਂ 2 ਸਾਲ 3 ਸਾਲ 4 ਸਾਲ 5 ਸਾਲ ਕੰਮ ਕੀਤਾ ਹੈ ਕੰਟੀਨਿਊਸ, ਤੁਹਾਡੇ ਕੋਲ ਉਹਦੇ ਪ੍ਰੂਫ ਨੇ, ਪੇਡ ਇੰਪਲੋਇਮੈਂਟ ਪ੍ਰੂਫ ਹੈ, ਐਕਸਪੀਰੀਅੰਸ ਜੈਨੂਇਨ ਹੈਗਾ, ਤੇ ਅਸੀਂ ਅਪਲਾਈ ਕਰ ਸਕਦੇ ਹਾਂ। ਸੋ ਇਹ ਕਹਿਣਾ ਕਿ ਹਾਂ ਕਿਹੜਾ ਸਹੀ ਟਾਈਮ ਹੈ ਤੇ ਕਿਹੜੇ ਟਾਈਮ ਤੇ ਸਾਨੂੰ ਅਪਲਾਈ ਕਰਨਾ ਚਾਹੀਦਾ ਹੈ, 12ਵੀਂ ਵਾਲੇ ਬੱਚੇ ਵੀ 12ਵੀਂ ਕਰਨ ਤੋਂ ਬਾਅਦ ਜਦੋਂ ਉਹ ਡਿਸਾਈਡ ਕਰਦੇ ਹੈ ਕਿ ਅਸੀਂ BA ਵਿੱਚ ਐਡਮਿਸ਼ਨ ਲੈਣੀ, BCom ਵਿੱਚ ਐਡਮਿਸ਼ਨ ਲੈਣੀ, ਕਿਹੜੇ ਕਾਲਜ ਵਿੱਚ ਐਡਮਿਸ਼ਨ ਲੈਣੀ, ਕਿਹੜੇ ਸ਼ਹਿਰ 'ਚ ਐਡਮਿਸ਼ਨ ਲੈਣੀ ਹੈ, ਜਾਂ ਕੰਪੀਟੀਟਿਵ ਐਗਜ਼ਾਮਸ ਲਈ ਆਪਾਂ ਤਿਆਰੀ ਕਰਨੀ ਹੈ। ਸੋ ਜੇ ਉਹਨਾਂ ਨੇ ਡਿਸਾਈਡ ਕੀਤਾ ਜਾਂ ਕਰ ਰਹੇ ਨੇ ਆਇਲਸ ਆਪ ਦਾ ਕਰਕੇ, ਤੁਸੀਂ ਅਪਲਾਈ ਕਰ ਸਕਦੇ ਹੋ। ਉਹ ਜਿਹੜਾ ਵੀ ਇਨਟੇਕ ਚੱਲਦਾ ਹੋਏਗਾ, ਭਾਵੇਂ ਉਹ ਜਨਵਰੀ ਇਨਟੇਕ ਹੈ, ਮਈ ਇਨਟੇਕ ਹੈ, ਸਪਟੈਂਬਰ ਇਨਟੇਕ ਹੈ, ਕਈ ਕਾਲਜਾਂ 'ਚ ਕੈਨੇਡਾ ਵਿੱਚ ਨਵੰਬਰ ਇਨਟੇਕ ਹੈ, ਫਿਰ ਮੁੜ ਕੇ ਜਨਵਰੀ ਇਨਟੇਕ ਸ਼ੁਰੂ ਹੋ ਜਾਂਦਾ। ਸੋ ਹਰੇਕ ਇਨਟੇਕਸ ਅਵੇਲੇਬਲ ਹੈ। ਜਿਨ੍ਹਾਂ ਦਾ ਕੋਰਸ ਜਿਹੜਾ ਲਾਸਟ ਐਜੂਕੇਸ਼ਨ ਆਪ ਦੀ ਖਤਮ ਕਰਦੇ ਹੈ, ਜੇ ਤੁਸੀਂ ਡਿਸਾਈਡ ਕੀਤਾ ਜਾਂ ਕਰ ਰਹੇ ਹੋ ਤੇ ਤੁਸੀਂ ਆਰਾਮ ਨਾਲ ਅਪਲਾਈ ਕਰ ਸਕਦੇ ਹੋ। ਇੱਥੇ ਹੀ ਜਦੋਂ ਆਪਾਂ ਗੱਲ ਕਰਦੇ ਲਵਲੀਨ ਮੈਮ, ਆਪਾਂ ਆਫਲਾਈਨ ਵੀ ਹਲੇ ਗੱਲ ਕਰ ਰਹੇ ਸੀਗੇ ਕਿ ਕੰਸਲਟੈਂਟ ਦਾ ਕੰਮ ਕੀ ਹੈ, ਸਾਡਾ ਕੰਮ ਕੀ ਹੈਗਾ। ਸੋ ਇੱਥੇ ਮੈਂ ਇੱਕ ਚੀਜ਼ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਸਾਡਾ ਕੰਮ ਵੀਜ਼ੇ ਲਵਾਉਣਾ ਨਹੀਂ ਹੈਗਾ। ਸਾਡੇ ਕੋਲ ਜਿਹੜੇ ਲੋਕ ਆਉਂਦੇ ਉਹ ਵੀਜ਼ੇ ਲਵਾਉਣ ਲਈ ਨਹੀਂ ਆਉਂਦੇ। ਮੈਂ ਮਨਾ ਕਰਦਾ ਕਿ ਜੇ ਸਾਡੇ ਕੋਲੇ ਤੁਸੀਂ ਆ ਰਹੇ ਹੋ ਵੀਜ਼ਾ ਆਪ ਦਾ ਲਵਾਉਣ ਲਈ, ਤੇ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਹੈ। ਜੇ ਸਾਡੇ ਕੋਲੇ ਤੁਸੀਂ ਆ ਰਹੇ ਹੋ ਤੇ ਸਾਡਾ ਕੰਮ ਹੈ ਕਰੀਅਰ ਕਾਉਂਸਲਿੰਗ ਦਾ। ਸਾਡਾ ਕੰਮ ਹੈ ਬੱਚੇ ਨੂੰ ਜਾਂ ਐਪਲੀਕੈਂਟ ਨੂੰ ਗਾਈਡ ਕਰਨਾ ਕਿ ਤੁਸੀਂ ਤੁਹਾਡੇ ਕਰੀਅਰ ਪਾਥ ਦੇ ਲਈ ਕਿਹੜਾ ਰਾਹ ਵਧੀਆ। ਜੇ ਕੋਈ ਮੇਰੇ ਕੋਲ ਆਉਂਦਾ ਤੇ ਕਹਿੰਦਾ ਕਿ ਮੈਂ ਜੀ 8 ਸਾਲ ਦਾ ਮੇਰਾ ਗੈਪ ਹੈ ਤੇ ਮੈਂ ਤਾਂ ਜੀ ਆਸਟ੍ਰੇਲੀਆ ਜਾਣਾ ਹੈ, ਜੇ ਆਸਟ੍ਰੇਲੀਆ ਉਹਨਾਂ ਦਾ ਨਹੀਂ ਬਣਦਾ, ਜੇ ਆਸਟ੍ਰੇਲੀਆ ਇੰਨਾ ਗੈਪ ਉਹ ਯੂਨੀਵਰਸਿਟੀ ਹੈ ਉਸ ਕੋਰਸ ਵਿੱਚ ਜਾਂ ਜਿਹੜੀ ਉਹਨਾਂ ਦੀ ਫੀਲਡ ਹੈ ਨਹੀਂ ਐਕਸੈਪਟ ਕਰਦੇ, ਤੇ ਉਹਨਾਂ ਨੂੰ ਇੱਕ ਚੰਗੇ ਕਰੀਅਰ ਪਾਥ 'ਤੇ ਪਾਉਣਾ ਕਿ UK ਵਧੀਆ ਆਪਸ਼ਨ ਹੈ ਤੁਹਾਡੇ ਲਈ ਜਾਂ ਕੈਨੇਡਾ ਵਧੀਆ ਆਪਸ਼ਨ ਹੈ, ਜਾਂ ਜੇ ਕੈਨੇਡਾ ਜਾਣਾ ਹੈ ਤੁਹਾਡੇ ਲਈ ਕਿਹੜਾ ਕੋਰਸ ਵਧੀਆ ਹੈ, ਕਿਹੜਾ ਪ੍ਰੋਵਿੰਸ ਵਧੀਆ। ਦਿਸ ਇਜ਼ ਕਾਲਡ, ਇਹਨੂੰ ਆਪਾਂ ਕਹਿੰਦੇ ਹਾਂ ਕਿ ਕਰੀਅਰ ਕਾਉਂਸਲਿੰਗ। ਸੋ ਸਾਡਾ ਕੰਮ, ਸਾਡੀ ਟੀਮ ਦਾ ਕੰਮ, ਮੇਰਾ ਕੰਮ ਇਹੀ ਹੈ ਕਿ ਮੈਂ ਐਜ਼ ਅ ਇੰਡੀਵਿਜੂਅਲ ਵੀ ਲੋਕਾਂ ਨੂੰ ਇਹੀ ਸਲਾਹ ਦੇਣਾ ਕਿ ਕਰੀਅਰ ਕਾਉਂਸਲਿੰਗ ਦਾ ਸਾਡਾ ਕੰਮ ਹੈ। ਜੇ ਸਾਡੇ ਕੋਲੇ ਤੁਸੀਂ ਆਉਂਦੇ ਹੋ ਤੇ ਆਪਾਂ ਤੁਹਾਨੂੰ ਕਰੀਅਰ ਪਰਸਪੈਕਟਿਵ ਤੋਂ ਅਸੀਂ ਤੁਹਾਨੂੰ ਗਾਈਡ ਕਰਾਂਗੇ, ਤੁਹਾਡੀ ਹੈਲਪ ਕਰਾਂਗੇ। ਤੇ ਵੀਜ਼ਾ ਲਵਾਉਣਾ ਉਹ ਸੈਕੰਡਰੀ ਕੰਮ ਹੈ। ਜੇ ਆਪਾਂ ਤੁਹਾਨੂੰ ਕਰੀਅਰ ਵੱਲੋਂ ਇੱਕ ਵਧੀਆ ਤਰੀਕੇ ਦੀ ਗਾਈਡੈਂਸ ਦੇਵਾਂਗੇ ਤੇ ਓਬਵੀਅਸਲੀ ਉਹ ਜੇ ਕਰੀਅਰ ਤੁਹਾਨੂੰ ਬਾਹਰ ਲੈ ਕੇ ਜਾਂਦਾ ਹੈ, ਕਿਸੇ ਹੋਰ ਕੰਟਰੀ ਲੈ ਕੇ ਜਾਂਦਾ ਹੈ, ਤੇ ਉਹ ਸਾਡਾ ਕੰਮ ਹੈ, ਆਪਾਂ ਉਹ ਕੰਮ ਕਰਾਂਗੇ। ਬਟ ਪਹਿਲਾ ਜਿਹੜਾ ਸਾਡਾ ਧਰਮ ਬਣਦਾ, ਮੈਂ ਕਹਿੰਦਾ ਉਹਨੂੰ ਕਿ ਉਹ ਧਰਮ ਇਹ ਕਹਿੰਦਾ ਕਿ ਆਪਾਂ ਕਰੀਅਰ ਕਾਉਂਸਲਿੰਗ ਕਰੀਏ। ਸੋ ਕਰੀਅਰ ਕਾਉਂਸਲਿੰਗ ਇੱਕ ਬਹੁਤ ਇੱਕ ਇੰਪੋਰਟੈਂਟ ਗੱਲ ਹੈ ਜਿਸ 'ਤੇ ਸਾਡਾ ਫੋਕਸ ਬਹੁਤ ਟਾਈਮ ਤੋਂ ਸ਼ੁਰੂ ਤੋਂ ਰਿਹਾ ਹੈ। ਸੋ ਹੁਣ ਵੀ ਮੈਂ ਲੋਕਾਂ ਨੂੰ ਇਹੀ ਕਹਿਣਾ ਕਿ ਜੇ ਸਾਡੇ ਕੋਲ ਆ ਰਹੇ ਹੋ ਤੇ ਵੀਜ਼ਾ ਲਵਾਉਣ ਲਈ ਨਾ ਆਓ। ਜੇ ਆ ਰਹੇ ਹੋ ਤੇ ਕਰੀਅਰ ਦੇ ਵਿੱਚ ਤੁਸੀਂ ਅੱਗੇ ਕੀ ਕਰ ਸਕਦੇ ਹੋ, ਕਿੱਥੇ ਐਡਮਿਸ਼ਨ ਲੈ ਸਕਦੇ ਹੋ, ਕਿੱਥੇ ਪੱਕੇ ਹੋ ਸਕਦੇ ਹੋ, ਉਸ ਪਰਸਪੈਕਟਿਵ ਵੱਲੋਂ ਸਾਡੇ ਵੱਲੋਂ ਤੁਹਾਨੂੰ ਗਾਈਡੈਂਸ ਦਿੱਤੀ ਜਾਊਗੀ। ਇਹ ਬਹੁਤ ਵਧੀਆ। ਕਰੀਅਰ ਕਾਉਂਸਲਿੰਗ ਅੱਜਕੱਲ ਕਾਫੀ ਜ਼ਿਆਦਾ ਜ਼ਰੂਰੀ ਵੀ ਹੈ ਬੱਚਿਆਂ ਲਈ। ਅੱਛਾ, ਇਹ ਤਾਂ ਗੱਲ ਸੀ। ਹੁਣ ਅਗਰ ਗੱਲ ਕਰੀਏ ਤੇ ਬਾਹਰ ਇੰਨੇ ਜ਼ਿਆਦਾ ਯੂਨੀਵਰਸਿਟੀਜ਼ ਨੇ, ਬੱਚਾ ਕਿਵੇਂ ਡਿਸਾਈਡ ਕਰੇ ਕਿ ਕਿਹੜੀ ਯੂਨੀਵਰਸਿਟੀ ਉਹਨਾਂ ਲਈ ਬੈਟਰ ਹੈ? ਕਰੈਕਟ। ਇਹ ਵੀ ਇੱਕ ਕੁਐਸਚਨ ਉਹਦੇ ਰਿਲੇਟਡ ਹੀ, ਕਰੀਅਰ ਕਾਉਂਸਲਿੰਗ ਦੇ ਰਿਲੇਟਡ ਆ ਗਿਆ। ਮੈਂ ਇੱਕ ਗੱਲ ਲੋਕਾਂ ਨਾਲ ਸਾਂਝੀ ਕਰਦਾ ਜੀ। ਮੈਨੂੰ ਮੇਰੇ ਆਲਮੋਸਟ 4 ਜਾਂ 5 ਸਾਲ ਬਾਅਦ ਇੱਕ ਫਰੈਂਡ ਦਾ ਮੈਨੂੰ ਕਾਲ ਆਇਆ। ਉਹਨਾਂ ਦੀ ਬਿਟੀਆ ਹੁਣੇ 12ਵੀਂ ਕਲਾਸ 'ਚ ਹੋਈ ਹੈ ਤੇ ਉਹ ਮੈਨੂੰ ਫੋਨ ਕਰਕੇ ਕਹਿੰਦੇ ਕਿ ਉਹ ਬਹੁਤ ਕਨਫਿਊਜ਼ਡ ਹੈ ਤੇ ਜੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਜੇ ਸਮਝਾ ਸਕਦੇ ਹੋ ਕਿ ਉਹ ਬੱਚੇ ਨੇ ਅੱਗੇ ਕੀ ਕਰੇ, ਉਹਦਾ ਕਰੀਅਰ ਪਾਥ ਉਹਨੂੰ ਕਿੱਥੇ ਲੈ ਕੇ ਜਾਵੇ, ਉਹ ਬੱਚਾ ਕਿੱਥੇ ਪੜ੍ਹਨਾ ਚਾਹੁੰਦਾ ਹੈ, ਕਿੱਥੇ ਐਡਮਿਸ਼ਨ ਲੈਣਾ ਚਾਹੁੰਦਾ, ਤੇ ਇੱਕ ਵਾਰੀ ਤੁਸੀਂ ਗੱਲ ਕਰ ਲਓ। ਮੈਂ ਉਹ ਬੱਚੇ ਨਾਲ ਗੱਲ ਕੀਤੀ। ਬੱਚਾ ਮੈਨੂੰ ਕਹਿੰਦਾ ਕਿ ਮੈਂ ਬਾਹਰ ਸੈਟਲ ਵੀ ਹੋਣਾ ਜੀ, ਮੈਂ ਇੰਟੀਰੀਅਰ ਡਿਜ਼ਾਈਨਿੰਗ ਕਰਨੀ ਹੈ। ਬਟ ਬੱਚਾ ਇਸ ਟਾਈਮ 12ਵੀਂ ਦੇ ਵਿੱਚ ਜਿਹੜਾ ਕੋਰਸ ਕਰ ਰਿਹਾ ਉਹ ਹੈਗਾ ਜੀ BCom, ਮਤਲਬ ਕਾਮਰਸ। ਤੇ ਜੇ ਕਰੀਅਰ ਪਾਥ ਦੀ ਆਪਾਂ ਗੱਲ ਕਰੀਏ ਤੇ ਉਹ ਕਾਮਰਸ ਸਟਰੀਮ ਵਿੱਚ ਹੈਗਾ, ਕਾਮਰਸ। ਸੋ ਕਾਮਰਸ ਵਿੱਚ ਨਾਲੇ ਬੱਚੇ ਕੋਲ ਮੈਥਸ ਵੀ ਨਹੀਂ ਹੈਗੀ। ਸੋ ਇਹੋ ਜਿਹੇ ਬੱਚੇ ਨੂੰ ਜਦੋਂ ਆਪਾਂ ਗੱਲ ਕੀਤੀ, ਉਹਦੇ ਨਾਲ ਮੈਂ ਗੱਲ ਕੀਤੀ, ਤੇ ਮੈਨੂੰ ਬੱਚਾ ਕਹਿੰਦਾ ਕਿ ਅੰਕਲ ਮੈਂ ਤਾਂ ਜੀ ਕਰਨਾ ਹੈ ਇੰਟੀਰੀਅਰ ਡਿਜ਼ਾਈਨਿੰਗ, ਮੈਂ USA ਜਾਣਾ ਹੈ। ਸੋ ਬੱਚੇ ਨੂੰ ਪਹਿਲੀ ਚੀਜ਼ ਮੈਂ ਕਹੀ, ਦੇਖੋ ਪਹਿਲੀ ਗੱਲ ਤਾਂ ਤੁਹਾਡੀ ਕਰੰਟ ਐਜੂਕੇਸ਼ਨ ਨਾਲ ਜਿਹੜਾ ਤੁਸੀਂ ਅੱਗੇ ਪੜ੍ਹਨਾ ਚਾਹੁੰਦੇ ਹੋ ਉਹ ਮੇਲ ਨਹੀਂ ਖਾਂਦਾ। ਸਾਡਾ ਪਹਿਲਾ ਕੰਮ ਹੈ ਵੀਜ਼ਾ ਲੈਣਾ। ਉਹ ਵੀਜ਼ਾ ਕਿੱਦਾਂ ਲਿੱਤਾ ਜਾ ਸਕਦਾ ਜੇ ਐਜੂਕੇਸ਼ਨ ਹੀ ਤੁਹਾਡੀ ਇਰਰੈਲੇਵੈਂਟ ਹੈ, ਜਿਹੜਾ ਤੁਸੀਂ ਕੋਰਸ ਚੂਜ਼ ਕਰ ਰਹੇ ਹੋ, ਤਾਂ ਜਿਹੜੀ ਤੁਹਾਡੀ ਕਰੰਟ ਪੜ੍ਹਾਈ ਹੈ ਅਸੀਂ ਵੀਜ਼ਾ ਨਹੀਂ ਲੈ ਸਕਦੇ, ਬੜਾ ਔਖਾ ਹੈ। ਸੋ ਐਂਡ USA ਵਰਗੀ ਕੰਟਰੀ ਜਿੱਥੇ ਸਾਰਾ ਕੁਝ ਹੈ ਹੀ ਇੰਟਰਵਿਊ ਬੇਸਡ, ਅਸੀਂ ਬੱਚੇ ਨੂੰ ਗਾਈਡ ਕੀਤਾ USA ਅਪਲਾਈ ਕਰ ਸਕਦੇ ਹਾਂ। ਬਟ USA ਵਿੱਚ ਆਹ ਕੋਰਸ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਉਹ ਬਿਜ਼ਨਸ ਵਿੱਚ ਹੋ ਜਾਏ, ਉਹ ਅਕਾਊਂਟਿੰਗ ਵਿੱਚ ਹੋ ਜਾਏ, ਬਿਲਕੁਲ ਆਪਾਂ ਕਰ ਸਕਦੇ ਹਾਂ।
ਨਾਲ ਹੀ ਬੱਚੇ ਨੂੰ ਇਹ ਵੀ ਕਿਹਾ ਗਿਆ ਕਿ ਸੈਟਲਮੈਂਟ ਆਫਟਰ ਯੋਰ ਐਜੂਕੇਸ਼ਨ ਇਨ ਕੈਨੇਡਾ ਇਜ਼ ਮਚ ਮੋਰ ਈਜ਼ੀ। ਸੋ ਇਸ ਕਰਕੇ ਬੱਚੇ ਨੂੰ ਉਹ ਗਾਈਡ ਕੀਤਾ ਗਿਆ ਤੇ ਦੇਖੋ ਆਪਾਂ ਕੈਨੇਡਾ ਅਪਲਾਈ ਕਰੀਏ, ਤੁਹਾਡੇ ਬਿਜ਼ਨਸ ਰਿਲੇਟਡ ਕੋਰਸ ਦੇ ਦਈਏ, ਨਾ ਕਿ ਆਪਾਂ ਇੰਟੀਰੀਅਰ ਡਿਜ਼ਾਈਨਿੰਗ ਦਾ ਕੋਰਸ ਦਈਏ। ਹੁਣ ਇਹ ਜਿਹੜਾ ਐਗਜ਼ਾਮਪਲ ਤੁਹਾਨੂੰ ਦਿੱਤਾ ਗਿਆ ਹੈ, ਐਗਜ਼ਾਮਪਲ ਇਸ ਕਰਕੇ ਦਿੱਤਾ ਗਿਆ ਹੈ ਕਿ ਕਰੀਅਰ ਕਾਉਂਸਲਿੰਗ ਜਿਹੜਾ ਵਰਡ ਅਸੀਂ ਬਾਰ-ਬਾਰ ਲਵਲੀਨ ਮੈਡਮ ਵੀ ਯੂਜ਼ ਕਰ ਰਹੇ, ਮੈਂ ਵੀ ਯੂਜ਼ ਕਰ ਰਹੇ ਹਾਂ ਕਿ ਬੱਚੇ ਨੂੰ ਗਾਈਡੈਂਸ ਦੇਣੀ। ਜੇ ਤਾਂ ਉਹ ਮਾਪਿਓ ਦੇ ਸਕਦੇ ਆ, ਬਹੁਤ ਵਧੀਆ ਗੱਲ ਹੈ। ਜੇ ਮਾਪਿਓ ਚਾਹੁੰਦੇ ਆ ਕਿ ਹਾਂ ਕਰੀਅਰ ਕਾਉਂਸਲਿੰਗ ਇੱਕ ਕੰਸਲਟੈਂਟ, ਇੱਕ ਪ੍ਰੋਫੈਸ਼ਨਲ ਬੰਦਾ ਕਰੇ, ਉਹ ਅਸੀਂ ਕਰਦੇ ਹਾਂ। ਕਿਹੜੇ ਕਾਲਜ ਵਿੱਚ ਜਾਣਾ ਹੈ, ਕਿਹੜੀ ਯੂਨੀਵਰਸਿਟੀ ਵਿੱਚ ਜਾਣਾ ਹੈ, ਕਿਹੜੇ ਕੋਰਸ ਨੂੰ ਸਿਲੈਕਟ ਕਰਨਾ ਚਾਹੀਦਾ, ਕਿੰਨੇ ਸਾਲ ਦਾ ਕੋਰਸ ਹੋਣਾ ਚਾਹੀਦਾ, ਤੇ ਉਸ ਤੋਂ ਬਾਅਦ ਕਿਹੜੀ ਫੀਲਡ ਵਿੱਚ ਜੌਬ ਕਰਕੇ ਤੁਸੀਂ ਉਸ ਕੰਟਰੀ, ਉਸ ਮੁਲਕ ਵਿੱਚ ਪੱਕੇ ਹੋ ਸਕਦੇ ਹੋ। ਸੋ ਇਹ ਸਾਡੇ ਕੰਮ ਵਿੱਚ ਕਰੀਅਰ ਕਾਉਂਸਲਿੰਗ, ਜਿਹਨੂੰ ਆਪਾਂ ਦੁਆਰਾ ਆਪਾਂ ਵਰਡ ਯੂਜ਼ ਕਰ ਰਹੇ ਹਾਂ, ਮੈਂ ਮਾਫੀ ਚਾਹੁੰਦਾ ਕਿ ਬਾਰ-ਬਾਰ ਇੱਕੋ ਵਰਡ ਆਪਾਂ ਯੂਜ਼ ਕਰ ਰਹੇ, ਬਟ ਉਹ ਇਸੇ ਕਰਕੇ ਫੋਕਸ ਕੀਤਾ ਜਾ ਰਿਹਾ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਬੱਚੇ ਨੂੰ ਸਹੀ ਗਾਈਡੈਂਸ ਨਾਲ ਬਾਹਰ ਭੇਜਿਆ ਜਾਵੇ। ਅੱਛਾ, ਵੈਸੇ ਇਹ ਤਾਂ ਤੁਸੀਂ ਸਹੀ ਕਿਹਾ, ਪਰ ਅਗਰ ਤੁਸੀਂ ਦੱਸੋ ਕਿ ਕਿਹੜੇ ਫੀਲਡ ਦੇ ਬੱਚਿਆਂ ਕੋਲ ਜ਼ਿਆਦਾ ਆਪਸ਼ਨਸ ਨੇ? ਦੇਖੋ ਮੈਡਮ, ਹਰੇਕ ਕੰਟਰੀ ਦਾ ਆਪ ਦਾ ਸਿਨੈਰੀਓ ਹੁੰਦਾ। ਜੇ ਮੈਂ ਗੱਲ ਕਰਾਂ ਕੈਨੇਡਾ ਦੀ, ਤੇ ਕੈਨੇਡਾ ਵਿੱਚ ਅਕਾਊਂਟਿੰਗ, ਕੈਨੇਡਾ ਵਿੱਚ IT, ਕੈਨੇਡਾ ਵਿੱਚ ਜੇ ਤੁਸੀਂ ਸਿਵਲ ਕੋਰਸ ਕੋਈ ਕੀਤਾ, ਸਿਵਲ ਦਾ ਡਿਪਲੋਮਾ ਕੀਤਾ, ਬੈਚਲਰ ਕੀਤੀ ਹੈ, ਜੇ ਤੁਸੀਂ ਮਕੈਨੀਕਲ ਫੀਲਡ ਦੇ ਹੈਗੇ ਹੋ, ਇਹ ਸਾਰੇ ਫੀਲਡਸ ਦਾ ਉੱਥੇ ਵਾਸਟ ਰਿਕੁਆਇਰਮੈਂਟ ਹੈ। ਹੁਣ ਉਹ ਕੈਨੇਡਾ ਦੀ ਵੀ ਗੱਲ ਕਰੀ, ਜੇ ਕੈਨੇਡਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਹਰੇਕ ਬੱਚਾ ਐਲੀਜੀਬਲ ਹੈ 12ਵੀਂ ਤੋਂ ਬਾਅਦ, ਬੈਚਲਰ ਤੋਂ ਬਾਅਦ, ਈਵਨ ਮਾਸਟਰ ਤੋਂ ਬਾਅਦ। ਉੱਦਾਂ ਹੀ ਆਸਟ੍ਰੇਲੀਆ ਵਿੱਚ ਵੀ ਸਾਰੀ ਯੂਨੀਵਰਸਿਟੀਜ਼, ਹਰੇਕ ਯੂਨੀਵਰਸਿਟੀ ਕੋਲ ਹਰੇਕ ਟਾਈਪ ਦੇ ਕੋਰਸ ਨੇ। ਹੁਣ ਉਹ ਕੋਰਸ ਦੀ ਐਲੀਜੀਬਿਲਟੀ ਬੱਚਾ ਕਿਵੇਂ ਫੁੱਲਫਿਲ ਕਰਦਾ ਹੈ, ਉਹ ਬੱਚੇ ਦੇ ਮਾਰਕਸ ਕਿੰਨੇ ਹੈ, ਮਾਰਕਸ, ਕੋਰਸ, ਗੈਪ ਤੇ ਕਰੰਟ ਆਪਾਂ ਕੀ ਕੋਰਸ ਸਿਲੈਕਟ ਕਰਕੇ ਅੱਗੇ ਉੱਥੇ ਜਾਣਾ ਚਾਹੁੰਦੇ ਹਾਂ, ਇਹ ਚੀਜ਼ ਤੇ ਸਾਰਾ ਕੁਝ ਡਿਪੈਂਡ ਕਰਦਾ। ਅੱਛਾ, ਇੱਕ ਨਾ ਅੱਜ ਕੱਲ੍ਹ ਔਨ ਸਪੌਟ ਐਡਮਿਸ਼ਨ ਦਾ ਕਾਫੀ ਕਨਸੈਪਟ ਚੱਲ ਰਿਹਾ ਹੈ, ਥੋੜਾ ਡਿਟੇਲ ਵਿੱਚ ਦੱਸੋ ਕਿ ਇਹ ਹੈ ਕੀ? ਬਿਲਕੁਲ, ਇਹ ਵੀ ਅੱਜ ਕੱਲ੍ਹ ਜਿਹੜੇ ਆਪਾਂ ਕੰਸਲਟੈਂਟ ਸਾਰੇ ਕਰ ਰਹੇ ਹਾਂ, ਅਸੀਂ ਵੀ ਕਰਦੇ ਹਾਂ, ਪਿੱਛੇ ਜੇ ਵੀ ਕੀਤਾ ਕਿ ਔਨ ਸਪੌਟ ਐਡਮਿਸ਼ਨ ਦੇਵਾਂਗੇ। ਜਦ ਕੋਈ ਸੈਮੀਨਾਰ ਹੁੰਦਾ ਹੈ ਜਾਂ ਜਦੋਂ ਅਸੀਂ ਸੱਦਾ ਦਿੰਦੇ ਹਾਂ ਸਾਰਿਆਂ ਨੂੰ ਕਿ ਹਾਂ ਜਿਹੜੇ ਵੀ ਐਪਲੀਕੈਂਟਸ ਹੈਗੇ, ਜੇ ਚਾਹੁੰਦੇ ਆ ਕਿ ਹਾਂ ਔਨ ਸਪੌਟ ਤੁਹਾਨੂੰ ਐਡਮਿਸ਼ਨ ਦਈਏ ਆਪਾਂ, ਤੇ ਸਾਡੇ ਦਫ਼ਤਰ ਆਓ। ਔਨ ਸਪੌਟ ਐਡਮਿਸ਼ਨ ਦਾ ਮਤਲਬ ਇਹ ਹੁੰਦਾ ਕਿ ਔਨ ਦ ਸਪੌਟ ਤੁਹਾਡੀ ਫਾਈਲ, ਤੁਹਾਡੀ ਐਪਲੀਕੇਸ਼ਨ, ਤੁਹਾਡੇ ਪ੍ਰੋਫਾਈਲ ਨੂੰ ਅਸੈਸ ਕਰਕੇ ਸਾਡੇ ਕੋਲੇ ਜੇ ਉਸ ਟਾਈਮ ਕਾਲਜ ਰਿਪਰੈਜ਼ੈਂਟੇਟਿਵਸ ਜਾਂ ਯੂਨੀਵਰਸਿਟੀ ਰਿਪਰੈਜ਼ੈਂਟੇਟਿਵਸ ਅਵੇਲੇਬਲ ਨੇ ਉੱਥੇ, ਜਾਂ ਅਸੀਂ ਬੁਲਾਏ ਹੋਏ ਆਫਿਸ, ਸਾਡੇ ਆਫਿਸ 'ਚ ਆਏ ਹੋਏ ਆ। ਸੋ ਔਨ ਸਪੌਟ ਤੁਹਾਨੂੰ ਐਡਮਿਸ਼ਨ ਪੱਕੀ ਕਰਕੇ ਅਸੀਂ ਦਿੰਦੇ ਹਾਂ। ਉਹ ਡਿਪੈਂਡ ਕਰਦਾ ਕਿ ਕਿਹੜਾ ਦਿਨ ਰੱਖਿਆ ਹੋਇਆ ਹੈ, ਕਦੋਂ ਅਸੀਂ ਬੁਲਾ ਰਹੇ ਹਾਂ। ਉਹ ਔਨ ਸਪੌਟ ਜਿਹੜਾ ਬਾਕੀ ਕੰਸਲਟੈਂਟਸ ਵੀ ਬਹੁਤ ਇਹਨੂੰ ਪ੍ਰਮੋਟ ਕਰਦੇ ਹੈ ਕਿ ਔਨ ਸਪੌਟ ਐਡਮਿਸ਼ਨ ਦੇਵਾਂਗੇ, ਉਹ ਬਿਲਕੁਲ ਹੁੰਦਾ, ਬਟ ਉਹ ਡਿਪੈਂਡ ਕਰਦਾ ਹੈ ਕਿ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਕਰਾਉਣਾ ਚਾਹੁੰਦੇ ਹਾਂ, ਅਤੇ ਕਿਹੜੇ ਬੱਚੇ ਦਾ ਕਿੱਦਾਂ ਦਾ ਪ੍ਰੋਫਾਈਲ ਹੈ, ਕਿੰਨਾ ਬੈਂਡ ਸਕੋਰ ਹੈ, ਉੱਥੇ ਐਲੀਜੀਬਿਲਟੀ ਕ੍ਰਾਈਟੇਰੀਆ ਆਪਾਂ ਮੈਚ ਕਰਦੇ ਜਾਂ ਨਹੀਂ ਕਰਦੇ। ਜਿਸ ਬੱਚੇ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਹੀ ਮੈਚ ਨਹੀਂ ਹੁੰਦਾ, ਉਹਨੂੰ ਅਸੀਂ ਜੇ ਉੱਥੇ ਐਡਮਿਸ਼ਨ ਔਨ ਸਪੌਟ ਦੇ ਵੀ ਰਹੇ ਹਾਂ, ਬਟ ਆਪਾਂ ਦੇ ਹੀ ਨਹੀਂ ਸਕਦੇ ਜੇ ਐਲੀਜੀਬਿਲਟੀ ਕ੍ਰਾਈਟੇਰੀਆ ਹੀ ਮੈਚ ਨਹੀਂ ਹੁੰਦਾ। ਸੋ ਔਨ ਸਪੌਟ ਐਡਮਿਸ਼ਨ ਜਾਂ ਔਨ ਸਪੌਟ ਆਫਰ ਬੱਚੇ ਨੂੰ ਦੇਣਾ, ਉਹਦਾ ਮਤਲਬ ਇਹ ਹੁੰਦਾ ਹੈ ਕਿ ਹਾਂ ਜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੈ, ਐਲੀਜੀਬਲ ਹੋਊਗਾ, ਤੇ ਅਸੀਂ ਉਹਨੂੰ ਔਨ ਸਪੌਟ ਐਡਮਿਸ਼ਨ ਦੇ ਸਕਦੇ ਹਾਂ, ਨਹੀਂ ਤਾਂ ਮਨਾ ਵੀ ਕਰੀਦਾ। ਬਹੁਤ ਬੱਚਿਆਂ ਨੂੰ ਮਨਾ ਵੀ ਕਰਦੇ ਹਾਂ ਆਪਾਂ। ਥੋੜਾ ਹਟ ਕੇ ਗੱਲ ਕਰਦੇ ਹਾਂ, ਹੁਣ ਤੁਸੀਂ ਦੱਸੋ ਕਿ PR ਕੈਨੇਡਾ ਦਾ ਕੀ ਚੱਲ ਰਿਹਾ ਹੈ, ਕੀ ਸਟੇਟਸ ਚੱਲ ਰਿਹਾ ਅੱਜ ਕੱਲ੍ਹ? ਦੇਖੋ PR ਕੈਨੇਡਾ, ਮੈਨੂੰ ਹਾਸਾ ਵੀ ਆ ਜਾਂਦਾ ਕਈ ਵਾਰੀ। ਆਪਾਂ ਆਲਮੋਸਟ 1.5 ਸਾਲ ਹੋ ਗਿਆ ਕਿ PR ਦੇ ਵੀਜ਼ੇ ਗ੍ਰਾਂਟ ਕਰਨੇ ਕੈਨੇਡਾ ਜਾਂ ਆਸਟ੍ਰੇਲੀਆ ਨੇ ਬੰਦ ਕੀਤੇ ਹੋਏ ਆ। ਰਾਦਰ ਬੰਦ ਕੀਤੇ ਹੋਣਾ, ਜੇ ਮੈਂ ਇਹ ਗੱਲ ਕਰਾਂ ਕਿ ਬੰਦ ਕੀਤੇ ਹੋਏ ਆ, ਇਹ ਵੀ ਗਲਤ ਹੋ ਜਾਏਗਾ। ਪ੍ਰੋਸੈਸ ਨੂੰ ਹਲੇ ਸਟਾਪ ਕੀਤਾ ਹੋਇਆ। ਉਹਦੇ 'ਚ ਸਮਝਣ ਦੀ ਇਹ ਚੀਜ਼ ਦੀ ਲੋੜ ਹੈ ਕਿ ਇਸ ਟਾਈਮ ਤੇ ਬਾਰਡਰ ਕਲੋਜ਼ ਨੇ, ਤੇ ਜੇ ਬਾਰਡਰ ਕਲੋਜ਼ ਹੈ, ਮੈਂ ਲਾਸਟ ਟਾਈਮ ਵੀ ਆਪਾਂ ਇੰਟਰਵਿਊ 'ਚ ਇਹ ਗੱਲ ਕੀਤੀ ਸੀਗੀ ਕਿ ਜਦੋਂ ਬਾਰਡਰ ਕਲੋਜ਼ ਨੇ ਐਂਡ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੁੰਦਾ, ਉਹ ਵੀਜ਼ੇ ਗ੍ਰਾਂਟ ਦੇ ਉੱਤੇ ਨਾ ਇੱਕ ਡੇਟ ਦਿੱਤੀ ਹੁੰਦੀ ਹੈ ਕਿ ਇਸ ਡੇਟ ਤੋਂ ਪਹਿਲਾਂ ਤੁਸੀਂ ਐਂਟਰੀ ਕਰੋਗੇ, ਤੇ ਉਹੀ ਡੇਟ ਸਿਸਟਮ 'ਚ ਵੀ ਆਪਦੇ ਐਮਬੈਸੀ ਦੇ ਵਿੱਚ ਚੜ੍ਹਾ ਦਿੰਦੇ ਆ। ਜੇ ਉਸ ਡੇਟ ਤੋਂ ਪਹਿਲਾਂ ਐਪਲੀਕੈਂਟ ਐਂਟਰ ਨਹੀਂ ਕਰ ਪਾਉਂਦਾ ਤਾਂ ਉਹ ਵੀਜ਼ਾ ਆਪਣੇ ਆਪ ਹੀ ਕੈਂਸਲ ਹੋ ਜਾਂਦਾ, ਉਹ ਵੀਜ਼ਾ ਐਕਸਪਾਇਰ ਹੋ ਜਾਂਦਾ। ਸੋ ਉਸ ਕਰਕੇ ਉਹ ਵੀਜ਼ਾ ਗ੍ਰਾਂਟ ਨੂੰ ਡਿਲੇ ਕੀਤਾ ਗਿਆ, ਉਹ ਵੀਜ਼ਾ ਗ੍ਰਾਂਟ ਕਰਨੇ ਬੰਦ ਕੀਤੇ ਆ। ਬਟ ਇਹੀ ਮੈਂ ਇੱਕ ਹੋਰ ਗੱਲ, ਚਲੋ ਤੁਸੀਂ ਇਹ ਕੁਐਸਚਨ ਪੁੱਛਿਆ, ਮੇਰੇ ਦਿਮਾਗ 'ਚ ਗੱਲ ਵੀ ਆ ਗਈ, ਉਹਦਾ ਵੀਡੀਓ ਵੀ ਅਸੀਂ ਸਾਂਝਾ ਕਰਾਂਗੇ ਆਪਣੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ। ਰੀਸੈਂਟਲੀ ਇੱਕ ਹਫ਼ਤੇ ਪਹਿਲਾਂ ਇੱਕ PR ਦੀ ਐਪਲੀਕੇਸ਼ਨ ਦਾ ਪਾਸਪੋਰਟ ਰਿਕੁਐਸਟ ਆਈ ਹੈ ਕੈਨੇਡਾ ਤੋਂ।
ਸੋ ਮੈਂ ਆਪ ਵੀ ਜਿਹਨੂੰ ਕਹਿੰਦੇ ਹਾਂ ਕਿ ਪਹਿਲਾਂ ਤਾਂ ਚਲੋ 1.5-2 ਸਾਲ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਸੀ ਰੂਟੀਨ 'ਚ ਵੀਜ਼ੇ ਆਉਂਦੇ ਸੀ ਤੇ ਇੰਨਾ ਜਿਹਨੂੰ ਕਹਿੰਦੇ ਇੰਪੋਰਟੈਂਸ ਜਾਂ ਤਵੱਜੋ ਆਪਾਂ ਨਹੀਂ ਵੀ ਦਿੰਦੇ ਸੀਗੇ ਕਿ ਵੀਜ਼ਾ ਆ ਗਿਆ, ਚਲੋ ਵੀਜ਼ਾ ਆਇਆ, ਰੂਟੀਨ 'ਚ ਵੀਜ਼ਾ ਆ ਗਿਆ। ਹੁਣ ਜਦੋਂ ਇੰਨੇ ਟਾਈਮ ਬਾਅਦ ਮੈਂ ਆਪ ਪਾਸਪੋਰਟ ਰਿਕੁਐਸਟ ਦੇਖੀ ਤੇ ਮੈਂ ਵੀ ਕਿਹਾ, ਮੈਂ ਕਿਹਾ ਦੇਖ ਹੀ ਲਈਏ, ਇੰਨੇ ਟਾਈਮ ਬਾਅਦ ਪਾਸਪੋਰਟ ਰਿਕੁਐਸਟ ਆਈ ਹੈ ਤੇ ਕਿੱਦਾਂ ਦੀ ਆਈ ਹੈ, ਦੇਖ ਕੇ ਕਿਵੇਂ ਲੱਗ ਰਿਹਾ। ਸੋ ਉਹਦਾ ਵੀਡੀਓ ਵੀ ਸ਼ੇਅਰ ਕਰਾਂਗੇ। ਹੁਣ ਪਾਸਪੋਰਟ VFS ਸਟੈਂਪਿੰਗ ਲਈ ਗਿਆ ਹੋਇਆ, ਸੋ ਪ੍ਰੋਸੈਸ ਤੁਰਨਾ ਸ਼ੁਰੂ ਹੋ ਗਿਆ। ਮੈਂ ਜੇ ਇਹ ਵੀ ਗਲਤ ਕਹਿਣਾ ਹੋ ਜਾਏਗਾ ਕਿ ਪ੍ਰੋਸੈਸ ਨਾਰਮਲ ਹੋ ਗਿਆ, ਨਹੀਂ ਜੀ ਨਾਰਮਲ ਨਹੀਂ ਹੋਇਆ। ਅਪਲਾਈ ਕਰ ਰਹੇ ਨੇ ਅਸੀਂ, ਇੱਕ ਐਪਲੀਕੇਸ਼ਨ ਜਿਹੜੀ ਸਾਡੇ ਕੋਲ ਆ ਰਹੀ ਹੈ ਜਾਂ ਲੱਗੀ ਹੋਈ ਹੈ ਉਹਨੂੰ ਪ੍ਰੋਸੈਸ ਵਿੱਚ ਪਾ ਰਹੇ ਹਾਂ। ਉਹਦੇ ਇਨਵੀਟੇਸ਼ਨਸ ਵੀ ਆ ਰਹੇ ਹੈ, ਆਪਾਂ ਇਨਵੀਟੇਸ਼ਨ ਵੀ ਸਾਂਝੇ ਕੀਤੇ ਹੈ ਤੇ ਇਨਵੀਟੇਸ਼ਨ ਕੱਲ੍ਹ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਸੀਂ ਅਪਲੋਡ ਕੀਤੇ ਜਿਹੜੇ ਕੈਨੇਡਾ ਜਾਂ ਹੋਰ ਕੰਟਰੀਜ਼ ਦੇ ਸਾਨੂੰ ਆਏ ਹੈ। ਸੋ ਟਾਈਮ ਟੂ ਟਾਈਮ ਉਹ ਸਾਡੇ ਵੱਲੋਂ ਇਹੋ ਜਿਹੀ ਚੀਜ਼ਾਂ ਸ਼ੇਅਰ ਵੀ ਕੀਤੀਆਂ ਜਾ ਰਹੀਆਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵੀ, ਤੇ ਵੈਸੇ ਵੀ ਜਿਹੜੇ ਸਾਡੇ ਕੋਲੇ ਵਾਕ ਇਨ ਆਫਿਸ ਵਿੱਚ ਕਰ ਰਹੇ ਹੈ, ਅਪਾਇੰਟਮੈਂਟਸ ਲੈ ਕੇ ਜਿਹੜੇ ਲੋਕ ਆ ਰਹੇ ਹੈ, ਦੱਸਿਆ ਜਾ ਰਿਹਾ ਹੈ, ਐਜੂਕੇਟ ਕੀਤਾ ਜਾ ਰਿਹਾ ਹੈ ਕਿ ਯੈਸ ਪ੍ਰੋਸੈਸ ਤੁਰਨਾ ਸ਼ੁਰੂ ਹੋ ਗਿਆ, ਬਟ ਪ੍ਰੋਸੈਸ ਹਲੇ ਸਲੋ ਹੈ। ਤੇ ਜਿਵੇਂ ਹੀ ਤੁਸੀਂ PR ਦੀ ਮੈਡਮ ਗੱਲ ਕੀਤੀ, ਆਸਟ੍ਰੇਲੀਆ ਵੀ ਉਨਾ ਕੀ ਇੰਪੋਰਟੈਂਟ ਮੁਲਕ ਹੈ ਸਾਡੇ ਲਈ ਵੀ, ਜਾਂ ਇਮੀਗ੍ਰੇਸ਼ਨ PR ਦੇ ਪਰਸਪੈਕਟਿਵ ਤੋਂ ਵੀ ਜਿਹੜਾ ਪਿਛਲੇ 1.5-2 ਸਾਲ ਤੋਂ ਬੰਦ ਸੀਗਾ। ਤੇ ਕੈਨੇਡਾ ਇੱਕ ਇਹੋ ਜਿਹਾ ਮੁਲਕ ਹੈ ਕਿ ਜਿਹਨੇ ਬਾਰਡਰ ਇੱਦਾਂ ਦੇ ਕਲੋਜ਼ ਕੀਤੇ ਕਿ ਆਪ ਦੇ ਸਿਟੀਜ਼ਨ ਨੂੰ ਵੀ ਉੱਥੇ ਆਪ ਦੇ PR ਜਿਹਦੇ ਕੋਲ ਹੈਗੀ ਕੋਈ ਰੈਜ਼ੀਡੈਂਟ ਹੈ ਜਾਂ ਕੋਈ ਸਿਟੀਜ਼ਨ ਉੱਥੇ ਦਾ ਹੈਗਾ, ਉਹਨੂੰ ਆਪ ਦੇ ਮੁਲਕ ਵਿੱਚ ਜਾਣਾ ਵੀ ਔਖਾ ਹੋਇਆ ਸੀਗਾ। ਬਟ 28 ਸਤੰਬਰ 2021 ਨੂੰ 70 ਇਹੋ ਜਿਹੀ ਆਕੂਪੇਸ਼ਨ ਲਿਸਟ ਖੋਲੀ ਹੈ, ਸਕਿਲਡ ਮਾਈਗ੍ਰੇਸ਼ਨ ਜਿਹਨੂੰ ਆਪਾਂ ਕਹਿੰਦੇ, ਉਹਦੇ ਵਿੱਚ 70 ਆਕੂਪੇਸ਼ਨ ਆਸਟ੍ਰੇਲੀਆ ਨੇ ਖੋਲੀ ਹੈ। ਸਾਊਥ ਆਸਟ੍ਰੇਲੀਆ ਸਪੈਸੀਫਿਕਲੀ ਜੇ ਮੈਂ ਗੱਲ ਕਰਾਂ, ਜਿਹੜੀ ਸਟੇਟ ਹੈਗੀ ਹੈ ਜਿਹਦਾ ਕੈਪੀਟਲ ਐਡੀਲੇਡ ਹੈ, 70 ਆਕੂਪੇਸ਼ਨਸ ਖੋਲੀਆਂ। ਉਹ 70 ਆਕੂਪੇਸ਼ਨਸ ਇਹੋ ਜਿਹੀਆਂ ਜਿਹਦੇ ਵਿੱਚ ਸਾਡੇ ਇੰਡੀਅਨ ਐਪਲੀਕੈਂਟਸ ਬਹੁਤ ਫਿੱਟ ਬਹਿੰਦੇ ਆ। ਉਹ ਕਿਸੇ ਨੇ ਵੀ ਕੋਈ ਜਾਣਕਾਰੀ ਉਹਦੇ ਬਾਰੇ ਲੈਣੀ ਹੈ ਜਾਂ ਆਸਟ੍ਰੇਲੀਅਨ PR ਦੇ ਬਾਰੇ ਤੁਸੀਂ ਕੰਸਲਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਜਿਹੜੇ ਦਿੱਤੇ ਹੋਏ ਨੰਬਰ ਨੇ ਉਹਨਾਂ ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ, ਮੇਰੀ ਟੀਮ ਨੂੰ ਮਿਲ ਸਕਦੇ ਹੋ ਤੇ ਤੁਹਾਨੂੰ ਉਹਦੇ ਰਿਲੇਟਡ ਵੀ ਗਾਈਡੈਂਸ ਦਿੱਤੀ ਜਾਊਗੀ। ਇਸ ਦੇ ਨਾਲ ਹੀ ਜਿਵੇਂ ਕਾਫੀ ਸਾਰੇ ਸਟੂਡੈਂਟਸ ਹੁੰਦੇ ਨੇ ਉਹ PT ਕਰਦੇ ਨੇ, ਕੁਝ ਬੱਚੇ IELTS ਦੇ ਵਿੱਚ ਸਿਰਫ 5.5 ਬੈਂਡਸ ਹੀ ਲੈ ਪਾਉਂਦੇ ਨੇ, ਉਹਨਾਂ ਨੂੰ ਬਾਹਰ ਵਾਸਤੇ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ? ਲਵਲੀਨ ਜੀ, ਹਰ ਇੱਕ ਤਰੀਕੇ ਦਾ ਪ੍ਰੋਫਾਈਲ ਹੁੰਦਾ ਹੈ। ਹੁਣ ਪ੍ਰੋਫਾਈਲ ਬੱਚਿਆਂ ਦਾ ਇੱਦਾਂ ਵੀ ਹੁੰਦਾ ਹੈ ਕਿ 8 ਬੈਂਡ ਆ ਗਏ, 7 ਬੈਂਡ ਆ ਗਏ, 6.5 ਆ ਗਏ। ਕਈਆਂ ਦੀ ਇੰਗਲਿਸ਼ ਇੰਨੀ ਸਟਰੋਂਗ ਨਹੀਂ ਹੁੰਦੀ, ਜਾਂ ਕਈ ਵਾਰੀ ਮੈਂ ਕਹਿੰਦਾ ਲੱਕ ਵੀ ਸਾਥ ਨਹੀਂ ਦਿੰਦਾ ਤੇ 5.5 ਬੈਂਡ 1 ਜਾਂ 2 ਮੋਡਿਊਲਸ ਆ ਜਾਂਦੇ ਆ। ਸੋ IELTS ਦੀ ਗੱਲ ਕਰੀਏ ਤੇ ਜਿਵੇਂ ਸਾਰਿਆਂ ਨੂੰ ਤੁਹਾਨੂੰ ਪਤਾ ਬ੍ਰਿਟਿਸ਼ ਕਾਉਂਸਲ ਬੰਦ ਹੋ ਗਿਆ ਜਾਂ ਬ੍ਰਿਟਿਸ਼ ਕਾਉਂਸਲ ਨੂੰ ਟੇਕ ਓਵਰ ਕਰ ਲਿਆ IDP ਨੇ। ਸੋ IDP ਦੀ ਇੱਕ IELTS ਵਿੱਚ ਮੋਨੋਪੋਲੀ ਹੈ ਤੇ IDP ਇਸ ਟਾਈਮ ਤੇ ਟੈਕਸਟ ਵੀ ਸਾਰੇ ਨਾਰਮਲ ਕੰਡਕਟ ਕਰ ਰਹੇ ਹੈ, IELTS ਦੇ ਰਿਜ਼ਲਟ ਵੀ ਆ ਰਹੇ ਹੈ, TRF ਆਨਲਾਈਨ TRF ਵੀ ਬੱਚਿਆਂ ਨੂੰ ਆ ਰਹੀ ਹੈ। ਸੋ ਉਹਦੇ ਵਿੱਚ ਜੇ ਕਿਸੇ ਬੱਚੇ ਦੇ 5.5 ਬੈਂਡ ਹੈ ਜਾਂ 2 ਮੋਡਿਊਲ ਵਿੱਚ 5.5 ਹੈ, 1 ਮੋਡਿਊਲ 5.5, ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਹਾਂ, ਜੇ ਆਪਾਂ ਦੇਖੀਏ ਕਿ ਉਹਨਾਂ ਕੋਲੇ ਆਪਸ਼ਨਸ ਕਿੰਨੇ ਨੇ, ਆਪਸ਼ਨਸ ਐਜ਼ ਕੰਪੇਅਰ ਟੂ ਜਿਹੜੇ ਬੱਚਿਆਂ ਕੋਲ 7 ਬੈਂਡ ਹੈ, 7.5 ਬੈਂਡ ਹੈ, ਉਹਨਾਂ ਦੇ ਨਾਲ ਜੇ ਆਪਾਂ ਕੰਪੇਅਰ ਕਰੀਏ ਤੇ 5.5 ਬੈਂਡ ਵਾਲਿਆਂ ਕੋਲ ਆਪਸ਼ਨਸ ਘੱਟ ਨੇ। ਤੇ ਜੇ PT ਦੀ ਗੱਲ ਕਰੀਏ, PT ਆਸਟ੍ਰੇਲੀਆ ਤਾਂ ਐਕਸੈਪਟ ਕਰਦਾ ਹੀ ਹੈ, UK ਵੀ ਐਕਸੈਪਟ ਕਰਦਾ, ਬਟ ਕੈਨੇਡਾ ਵੀ ਐਕਸੈਪਟ ਕਰਦਾ। ਰੀਸੈਂਟਲੀ ਵੀ ਕੁਝ ਵੀਜ਼ੇ ਅਸੀਂ ਲਏ ਹੈ ਕੈਨੇਡਾ ਵਿੱਚ PT ਦੇ ਥਰੂ, ਸਟੂਡੈਂਟ ਵੀਜ਼ਾ ਦੀ ਮੈਂ ਗੱਲ ਕਰ ਰਿਹਾ। ਸੋ ਉਹਦੇ ਵਿੱਚ ਜੇ ਮੈਂ ਕਹਾਂ ਕਿ PT ਦੇ ਥਰੂ ਹੀ ਵੀਜ਼ੇ ਆ ਰਹੇ, ਉਹ ਗਲਤ ਹੋ ਜਾਊਗਾ। ਬਟ ਯੈਸ, ਜਿਨ੍ਹਾਂ ਨੇ PT ਕੀਤਾ ਤੇ PT ਅਕੈਡਮਿਕ ਕਰਕੇ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਵੀ ਅਪਲਾਈ ਕਰਨਾ ਚਾਹੁੰਦੇ ਹੋ ਤੇ ਆਪਾਂ ਕਰ ਸਕਦੇ ਹਾਂ। ਵੀਜ਼ਾ ਸਕਸੈਸ ਰੇਟ ਚੰਗਾ ਵੀ ਹੈ, ਬਟ ਜੇ ਮੇਰੇ ਤੋਂ ਪਰਸਨਲ ਪੁੱਛੋਗੇ ਤਾਂ ਮੈਂ ਗਾਈਡ ਕਰਾਂਗਾ ਬੱਚਿਆਂ ਨੂੰ, ਜੇ ਤੁਸੀਂ PT ਦੇ ਰਹੇ ਹੋ ਤਾਂ ਤੁਸੀਂ IELTS ਅਕੈਡਮਿਕ ਵੀ ਕਰ ਸਕਦੇ ਹੋ। ਜੇ ਉਹ ਕਰੋਗੇ ਵੀਜ਼ਾ ਪ੍ਰੋਬੇਬਿਲਿਟੀ ਵੱਧ ਹੈ, ਜੇ ਤੁਸੀਂ PT ਕਰੋਗੇ ਵੀਜ਼ੇ ਦੀ ਪ੍ਰੋਬੇਬਿਲਿਟੀ ਚੰਗੀ ਹੈ, ਬਟ ਐਜ਼ ਕੰਪੇਅਰ ਟੂ IELTS ਥੋੜੀ ਘਟਦੀ ਹੈ। ਅੱਛਾ, ਇਹ ਤਾਂ IELTS ਦੀ ਗੱਲ ਸੀ। ਅਗਰ ਅਕੈਡਮਿਕਸ ਦੀ ਗੱਲ ਕਰੀਏ ਤਾਂ ਅਕੈਡਮਿਕਸ ਦੇ ਵਿੱਚ ਕਿੰਨੀ ਪਰਸੈਂਟੇਜ ਦੀ ਰਿਕੁਆਇਰਮੈਂਟ ਹੁੰਦੀ ਹੈ? ਅਗੇਨ ਇਹ ਵੀ ਡਿਪੈਂਡ ਕਰਦਾ ਲਵਲੀਨ ਜੀ, ਕੋਰਸ ਟੂ ਕੋਰਸ, ਕਾਲਜ ਟੂ ਕਾਲਜ, ਯੂਨੀਵਰਸਿਟੀ ਟੂ ਯੂਨੀਵਰਸਿਟੀ, ਕਿ ਬੱਚੇ ਦਾ ਪ੍ਰੋਫਾਈਲ ਕੀ ਹੈ।
ਜੇ ਕਿਸੇ ਬੱਚੇ ਦੇ 40-50% ਹੈ, ਉਹੀ ਗੱਲ ਹੋ ਜਾਂਦੀ ਕਿ ਉਹਨਾਂ ਕੋਲੇ ਜਿਹੜਾ ਆਪਸ਼ਨ ਹੈ ਕੋਰਸ ਦਾ ਜਾਂ ਕਾਲਜ ਦਾ ਯੂਨੀਵਰਸਿਟੀ ਦਾ, ਉਹ ਘੱਟ ਆਪਸ਼ਨ ਰਹਿ ਜਾਂਦੇ ਹੈ। ਜਿਨ੍ਹਾਂ ਦੇ 90% ਮਾਰਕਸ ਹੈ ਜਾਂ 80 ਹੈ ਜਾਂ 70 ਹੈ, ਫਸਟ ਡਿਵੀਜ਼ਨ ਤੋਂ ਉੱਤੇ ਹੈ, ਉਹਨਾਂ ਕੋਲ ਆਪਸ਼ਨਸ ਉਨੇ ਕੀ ਵੱਧ ਹੋਣਗੇ ਬਿਕੋਜ਼ ਉਹਨਾਂ ਦੇ ਮਾਰਕਸ ਜ਼ਿਆਦਾ ਨੇ ਅਤੇ ਉਹਨਾਂ ਨੂੰ ਪ੍ਰਾਇਰਟੀ ਦਿੱਤੀ ਜਾਂਦੀ ਹੈ ਸਾਰੇ ਕਾਲਜਾਂ ਵੱਲੋਂ ਜਾਂ ਸਾਰੇ ਯੂਨੀਵਰਸਿਟੀਜ਼ ਵੱਲੋਂ। ਅਤੇ ਉਹਨਾਂ ਦੀ ਵੀਜ਼ਾ ਲੈਣ ਦੇ ਜਿਹੜਾ ਪ੍ਰੋਬਿਲਿਟੀ, ਜਿਹਨੂੰ ਆਪਾਂ ਕਹਿੰਦੇ ਕਿ ਵੀਜ਼ਾ ਕਿੰਨੇ ਪਰਸੈਂਟੇਜ ਵਾਲੇ ਬੱਚਿਆਂ ਦਾ ਵੀਜ਼ਾ ਆਉਂਦਾ, ਜੇ ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾਣਾ ਹੈ ਤੇ ਇੱਕ ਕੇਸ ਅਫਸਰ ਜਿਹੜਾ ਅੰਬੈਸੀ ਬਹਿ ਕੇ ਅਸੈਸ ਕਰ ਰਿਹਾ, ਉਹ ਤਾਂ ਦੇਖੂਗਾ ਨਾ ਕਿ ਬੱਚੇ ਦਾ ਜਿਹੜਾ ਪਿਛਲਾ ਰਿਕਾਰਡ ਹੈ, ਅਕੈਡਮਿਕ ਰਿਕਾਰਡ, ਉਹ ਕਿਵੇਂ ਦਾ ਰਿਕਾਰਡ ਹੈ। ਕਿਆ ਉਹ ਬੱਚਾ ਸਟੂਡੀਅਸ ਸੀਗਾ, ਕਿਆ ਉਹ ਬੱਚਾ ਮੀਡੀਓਕਰ ਸੀ ਜਿਹਦੇ ਵਿੱਚ 50-60% ਮਾਰਕਸ ਲਿਆ, ਜਾਂ ਉਹ ਬੱਚਾ ਬਹੁਤ ਇੰਟੈਲੀਜੈਂਟ ਸੀਗਾ। ਕਿਆ ਉਹ ਬੱਚਾ ਉੱਥੇ ਜਾ ਕੇ ਆਪ ਦੀ ਪੜ੍ਹਾਈ ਜਿਹੜੀ ਉਹਨੇ ਸਿਲੈਕਟ ਕੀਤੀ ਹੈ ਪੂਰੀ ਕਰ ਸਕਦਾ ਹੈ, ਕਿਆ ਉਹਦੇ 'ਚ ਇੰਨੀ ਕੈਪੇਬਿਲਿਟੀ ਹੈਗੀ ਹੈ। ਸੋ ਬਿਲਕੁਲ ਇਹ ਚੀਜ਼ ਮਾਰਕਸ ਦੇ ਉੱਤੇ ਡਿਪੈਂਡ ਕਰਦਾ, ਬਿਲਕੁਲ ਡਿਪੈਂਡ ਕਰਦਾ। ਬਟ ਜਿਨ੍ਹਾਂ ਦੇ ਮਾਰਕਸ ਘੱਟ ਨੇ, ਇੱਦਾਂ ਨਹੀਂ ਹੈ ਕਿ ਉਹ ਅਪਲਾਈ ਨਹੀਂ ਕਰ ਸਕਦੇ, ਅਪਲਾਈ ਕਰਦੇ ਵੀ ਹੈ, ਵੀਜ਼ਾ ਵੀ ਲੈਂਦੇ ਹੈ, ਬਟ ਉਹਨਾਂ ਦੇ ਕੋਲ ਆਪਸ਼ਨਸ ਕੋਰਸ ਦੀ, ਕਾਲਜ ਦੀ, ਯੂਨੀਵਰਸਿਟੀ ਦੀ ਘੱਟ ਜਾਂਦੀ ਹੈ। ਅੱਛਾ, ਜਿਵੇਂ ਕਿ ਤੁਸੀਂ ਕਿਹਾ ਕਿ ਸਾਰੇ ਰਿਕਾਰਡਸ ਚੈੱਕ ਹੁੰਦੇ ਨੇ, ਉਵੇਂ ਹੀ ਗੈਪ ਵੀ ਚੈੱਕ ਕੀਤਾ ਜਾਂਦਾ ਹੈ ਕਿ ਬੱਚੇ ਦਾ ਕਿੰਨਾ ਗੈਪ ਹੈ ਤੇ ਗੈਪ ਐਕਸੈਪਟੇਬਲ ਹੈ। ਬਿਲਕੁਲ ਹੈ ਲਵਲੀਨ ਜੀ। ਸੀ ਆਪਾਂ ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਜਾਂ ਜਿਹੜੇ ਸ਼ੋਅਜ਼ ਹੁੰਦੇ ਹੈ, ਲਾਸਟ ਵੀ ਜਿਹੜਾ ਸ਼ੋਅ ਹੋਇਆ ਸੀ ਉਹਦੇ 'ਚ ਵੀ ਇਹ ਗੱਲ ਕੀਤੀ ਸੀ ਕਿ ਗੈਪ ਐਕਸੈਪਟੇਬਲ ਹੈ, ਪਰ ਗੈਪ ਦੀ ਜਸਟੀਫਿਕੇਸ਼ਨ ਦੇਣੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਜਿੰਨਾ ਵੀ ਗੈਪ ਹੈ, 1 ਸਾਲ, 2 ਸਾਲ, 3 ਸਾਲ, 4 ਸਾਲ, ਜੇ ਉਸ ਗੈਪ ਦੀ ਮੈਂ ਜਸਟੀਫਿਕੇਸ਼ਨ ਨਹੀਂ ਦੇ ਸਕਦਾ, ਫਿਰ ਇੱਕ ਕੁਐਸਚਨ ਉੱਠਣਾ ਮੇਰੇ ਆਪ ਦੇ ਪ੍ਰੋਫਾਈਲ 'ਤੇ ਉਹ ਲਾਜ਼ਮੀ ਹੈ ਜੀ। ਮੇਰਾ ਇੱਕ ਕੋਈ ਵੀ ਪ੍ਰੋਫਾਈਲ ਮੈਂ ਅੱਗੇ ਪੁੱਟ ਅਪ ਕਰ ਰਿਹਾ ਅਤੇ ਜੇ 4 ਸਾਲ ਦਾ ਗੈਪ ਹੈ, ਮੈਂ ਉਹਦੇ ਵਿੱਚ ਦੱਸ ਹੀ ਨਹੀਂ ਰਿਹਾ ਅਫਸਰ ਨੂੰ ਕਿ ਮੈਂ 4 ਸਾਲ 'ਚ ਕੀਤਾ ਕੀ ਹੈ, ਅਤੇ ਉਹ ਅਫਸਰ ਮੈਨੂੰ ਵੀਜ਼ਾ ਕਿਉਂ ਦਊਗਾ? ਉਹ ਵੀਜ਼ਾ ਮੈਨੂੰ ਮਨਾ ਹੀ ਕਰੂਗਾ। ਅਤੇ ਇਸ ਕਰਕੇ ਕਿਸੇ ਵੀ ਬੱਚੇ ਦਾ ਜੇ ਗੈਪ ਜਸਟੀਫਿਕੇਸ਼ਨ ਹੈਗੀ ਹੈ ਅਤੇ ਤੁਸੀਂ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਦੇ ਨਾਲ ਵੀਜ਼ਾ ਵੀ 99.9% ਨਹੀਂ 100% ਲੈ ਸਕਦੇ। ਕਾਫੀ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਹੁਣ ਬਾਇਓਮੈਟ੍ਰਿਕਸ ਅਵੇਲੇਬਲ ਨੇ ਕਿ ਨਹੀਂ। ਪਹਿਲੇ ਤਾਂ ਡੇਟ ਨਹੀਂ ਮਿਲ ਰਹੀ ਸੀ ਉਹਨਾਂ ਲਈ। ਬਿਲਕੁਲ ਲਵਲੀਨ ਜੀ, ਇਹ ਬੜਾ ਹੌਟ ਟੌਪਿਕ ਅੱਜ ਕੱਲ੍ਹ ਬਣਿਆ ਹੋਇਆ ਕਿ ਬਾਇਓਮੈਟ੍ਰਿਕ ਕੈਨੇਡਾ ਦੀ ਡੇਟ। ਬਾਇਓਮੈਟ੍ਰਿਕ ਬਿਲਕੁਲ ਖੁੱਲ ਚੁੱਕੇ ਹੈ ਜੀ, ਆਲ ਓਵਰ ਇੰਡੀਆ ਖੁੱਲ ਚੁੱਕੇ ਹੈ। ਅਤੇ ਬਾਇਓਮੈਟ੍ਰਿਕ ਦਾ ਕੀ ਹੋ ਰਿਹਾ, ਕਿਉਂਕਿ ਰਸ਼ ਸਟੂਡੈਂਟ ਵੀਜ਼ਾ ਦਾ ਇੰਨਾ ਜ਼ਿਆਦਾ ਵੱਧ ਗਿਆ ਹੈ। VFS ਕੈਨੇਡਾ ਦੀ ਗੱਲ ਕਰ ਲਈਏ ਜੇ, ਕਿਉਂਕਿ VFS ਕੈਨੇਡਾ ਦੇ ਵਿੱਚ ਬਾਇਓਮੈਟ੍ਰਿਕਸ ਮੈਂਡੇਟਰੀ ਹੈ। ਆਸਟ੍ਰੇਲੀਆ ਦੀ ਗੱਲ ਕਰੀਏ, ਮੈਂਡੇਟਰੀ ਨਹੀਂ ਹੈ, ਨਹੀਂ VFS ਨਹੀਂ ਬਾਇਓਮੈਟ੍ਰਿਕਸ ਕਰਾਉਂਦਾ, ਅਤੇ ਨਾ ਹੀ ਆਸਟ੍ਰੇਲੀਅਨ ਗਵਰਨਮੈਂਟ ਸਾਨੂੰ ਕਹਿੰਦੀ ਹੈ ਕਿ ਅਸੀਂ ਬਾਇਓਮੈਟ੍ਰਿਕ ਕਰਾਈਏ। ਸੋ ਕੈਨੇਡਾ ਦਾ ਜਦੋਂ ਅਸੀਂ ਬਾਇਓਮੈਟ੍ਰਿਕ ਦੀ ਗੱਲ ਕਰਦੇ ਹਾਂ ਅੱਜ ਦੀ ਡੇਟ 'ਚ, ਜੇ ਅੱਜ ਮੈਂ ਡੇਟ ਪਿਕ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਨਵੰਬਰ ਦੀ ਮਿਲ ਰਹੀ ਹੈ, ਵਿੱਚ ਸਲੋਟ ਖੁੱਲ੍ਹਦੇ ਹੈ ਅਤੇ ਸਾਨੂੰ ਅਕਤੂਬਰ ਦੀ ਵੀ ਮਿਲ ਜਾਂਦੀ ਹੈ, ਸਾਨੂੰ ਮਿਡ ਅਕਤੂਬਰ ਦੀ ਵੀ ਮਿਲ ਰਹੀ ਹੈ, ਸਾਨੂੰ ਐਂਡ ਅਕਤੂਬਰ ਦੀ ਵੀ ਮਿਲ ਰਹੀ ਹੈ, ਨਵੰਬਰ ਐਂਡ ਦੀ ਵੀ ਮਿਲ ਰਹੀ ਹੈ। ਸੋ ਬਾਰ-ਬਾਰ ਚੈੱਕ ਕਰਨਾ ਕੰਸਲਟੈਂਟ ਵੱਲੋਂ ਜਾਂ ਉਹਨਾਂ ਦੀ ਟੀਮ ਵੱਲੋਂ ਬੜਾ ਜ਼ਰੂਰੀ ਹੈ। ਅਤੇ ਉਹਦੇ ਨਾਲ ਹੀ ਇੱਕ ਚੀਜ਼ ਜਿਹੜੀ ਮੈਂ ਸਰ ਨੂੰ ਦੱਸਣਾ ਚਾਹੁੰਦਾ ਕਿ ਅੱਜ ਕੱਲ੍ਹ ਬਲੈਕ ਮਾਰਕੀਟਿੰਗ ਬੜੀ ਹੋ ਰਹੀ ਹੈ। ਉਹ ਬਲੈਕ ਮਾਰਕੀਟਿੰਗ ਹੋ ਰਹੀ ਹੈ ਬਾਇਓਮੈਟ੍ਰਿਕ ਦੀ ਡੇਟ ਨੂੰ ਲੈ ਕੇ। ਸੋ ਉਹਦੇ ਤੋਂ ਵੀ ਬਚਣ ਦੀ ਬਹੁਤ ਲੋੜ ਹੈ। ਕੱਲ੍ਹ ਨੂੰ ਤੁਸੀਂ 20-25,000 30,000 ਦੇ ਕੇ ਜੇ ਆਪ ਦੀ ਕੋਈ ਡੇਟ ਬੁੱਕ ਕਰਵਾਉਂਦੇ ਹੋ ਅਤੇ ਉਹਦੇ ਵਿੱਚ ਕੱਲ੍ਹ ਨੂੰ ਤੁਸੀਂ ਐਪਲੀਕੈਂਟ ਕੋਈ ਕਹੇ ਕਿ ਮੈਨੂੰ ਡੇਟ 25-30,000 ਦੇ ਕੇ ਮੈਂ ਲੈ ਲਈ ਹੈ, ਅਤੇ ਕੱਲ੍ਹ ਨੂੰ ਉਹ ਡੇਟ ਤੁਹਾਡੀ ਰਹਿੰਦੀ ਹੈ, ਤੁਹਾਡੀ ਅਪੋਇੰਟਮੈਂਟ ਹੈਗੀ ਹੈ, ਜਾਇਜ਼ ਹੈਗੀ ਹੈ, ਨਾਜਾਇਜ਼ ਹੈਗੀ ਹੈ, ਇਹ ਕਿਸੇ ਨੂੰ ਕੁਛ ਨਹੀਂ ਪਤਾ ਜੀ। ਸੋ ਇਸ ਕਰਕੇ ਜੇ ਸਿੱਧੇ ਤਰੀਕੇ ਨਾਲ ਸਿੱਧੇ ਰਾਹ 'ਤੇ ਜਾ ਕੇ ਸਾਨੂੰ ਭਾਵੇਂ ਲੇਟ ਬਾਇਓਮੈਟ੍ਰਿਕ ਡੇਟ ਮਿਲ ਰਹੀ ਹੈ, ਸਾਨੂੰ ਉਹਦੇ ਨਾਲ ਹੀ ਕਾਇਦੇ ਨਾਲ ਕਾਨੂੰਨ ਨਾਲ ਹੀ ਚੱਲਣਾ ਚਾਹੀਦਾ। ਜੇ ਉਸ ਤੋਂ ਡਾਇਵਰਟ ਹੋਵਾਂਗੇ, ਭਟਕਾਂਗੇ, ਅਤੇ ਮੁੜ ਕੇ ਉਹਦਾ ਰਿਜ਼ਲਟ ਮਾੜਾ ਹੀ ਹੁੰਦਾ ਹੈ। ਅਸੀਂ ਪਹਿਲਾਂ ਵੀ ਦੇਖਦੇ ਆਏ ਹਾਂ ਅਤੇ ਸਾਨੂੰ ਅੱਗੇ ਵੀ ਪਤਾ ਹੀ ਹੈ ਜੀ। ਜਿਵੇਂ ਤੁਸੀਂ ਕਿਹਾ ਕਿ ਕਾਫੀ ਜ਼ਿਆਦਾ ਰਸ਼ ਦੇਖਣ ਨੂੰ ਮਿਲ ਰਿਹਾ, ਉਵੇਂ ਹੀ ਕਾਫੀ ਜ਼ਿਆਦਾ ਰਿਫਿਊਜ਼ਲਸ ਵੀ ਦੇਖਣ ਨੂੰ ਮਿਲ ਰਹੇ। ਬਿਲਕੁਲ ਰਿਫਿਊਜ਼ਲ। ਅਸੀਂ ਆਪਾਂ ਸੋਸ਼ਲ ਮੀਡੀਆ 'ਤੇ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੋਜ਼ੀਟਿਵ ਚੀਜ਼ਾਂ ਪਾਈਏ, ਅਸੀਂ ਵੀ ਪਾਉਂਦੇ ਪੋਜ਼ੀਟਿਵ ਚੀਜ਼ਾਂ, ਬਟ ਨੈਗੇਟਿਵ ਚੀਜ਼ ਜਾਂ ਕੋਈ ਰਿਫਿਊਜ਼ਲ ਹੋਇਆ ਹੈ ਉਹ ਚੀਜ਼ ਆਪਾਂ ਨਹੀਂ ਪਾਉਂਦੇ। ਸੋ ਇਹਦੇ ਵਿੱਚ ਮੇਰਾ ਇੱਕ ਸੁਜੈਸ਼ਨ ਹੈ ਸਾਰਿਆਂ ਨੂੰ, ਜਿਹੜੇ ਬੱਚਿਆਂ ਨੇ ਅਪਲਾਈ ਕੀਤਾ ਹੋਇਆ ਸੀ ਮੌਂਟਰੀਅਲ, ਸਪੈਸ਼ਲੀ ਮੌਂਟਰੀਅਲ, ਕਿਊਬੈਕ ਕੈਨੇਡਾ ਮੌਂਟਰੀਅਲ ਵਿੱਚ ਅਪਲਾਈ ਕੀਤਾ ਸੀ ਅਤੇ ਉਹਨਾਂ ਦੀ ਰਿਜੈਕਸ਼ਨਸ ਆਈਆਂ, ਉਹ ਜ਼ਰੂਰ ਸਾਨੂੰ ਸੰਪਰਕ ਕਰੋ। ਜਨਵਰੀ ਦੇ ਖਾਤੇ ਉਹਨਾਂ ਲਈ ਓਪਨ ਨੇ, ਉਹਨਾਂ ਲਈ ਕਿ ਸਾਰੇ ਲਈ, ਜਿਨ੍ਹਾਂ ਲਈ ਮੈਂ ਪਹਿਲਾਂ ਵੀ ਦੱਸਦਾ ਆਇਆ ਕਿ ਪਹਿਲਾਂ ਵੀ ਥੋੜ੍ਹੀ ਦੇਰ ਪਹਿਲਾਂ ਵੀ ਮੈਂ ਦੱਸਿਆ ਸੀਗਾ ਕਿ ਜਨਵਰੀ ਇਨਟੇਕ ਵਿੱਚ ਅਪਲਾਈ ਕਰ ਸਕਦੇ ਹਾਂ, ਬਟ ਸਾਡੇ ਕੋਲ ਆਪਸ਼ਨਸ ਘੱਟ ਨੇ।
ਬਟ ਜੇ ਅਸੀਂ ਗੱਲ ਕਰੀਏ ਜਿਨ੍ਹਾਂ ਦੀ ਰਿਫਿਊਜ਼ਲ ਹੈ, ਜਿਨ੍ਹਾਂ ਨੇ ਪਹਿਲਾਂ ਹੀ ਬਾਇਓਮੈਟ੍ਰਿਕ ਕਰਾਏ ਹੋਏ ਹੈ ਤੇ 10 ਸਾਲ ਲਈ ਬਾਇਓਮੈਟ੍ਰਿਕਸ ਆਲਰੇਡੀ ਤੁਹਾਡੇ ਅਪਰੂਵਡ ਨੇ ਤੇ ਤੁਹਾਨੂੰ ਦੁਬਾਰਾ ਕਰਾਉਣ ਦੀ ਲੋੜ ਨਹੀਂ ਹੈ, ਨਾ ਮੈਨੂੰ ਡੇਟ ਲੈਣ ਦੀ ਲੋੜ ਹੈ। ਸੋ ਸਾਡੇ ਲਈ ਇੰਪੋਰਟੈਂਟ ਹੈ ਕਿ ਜਿਨ੍ਹਾਂ ਦੀ ਰਿਜੈਕਸ਼ਨ ਹੋਈ ਹੈ ਉਹਨਾਂ ਨੂੰ ਛੇਤੀ ਦੁਬਾਰਾ ਦਾਖਲਾ ਦਿਵਾਇਆ ਜਾਵੇ ਕਿਸੇ ਵੀ ਕਾਲਜ, ਕਿਸੇ ਵੀ ਯੂਨੀਵਰਸਿਟੀ ਵਿੱਚ, ਕੋਈ ਵੀ ਰੈਲੇਵੈਂਟ ਕੋਰਸ 'ਚ। ਤੇ ਨਾਲ ਹੀ ਆਪਾਂ ਐਮਬੈਸੀ ਵਿੱਚ ਐਪਲੀਕੇਸ਼ਨ ਆਪ ਦੀ ਰਜਿਸਟਰ ਕਰ ਦਈਏ, ਲਾ ਦਈਏ, ਜਿਹਦੇ ਵਿੱਚ ਵੀਜ਼ਾ ਸਕਸੈਸ ਰੇਟ ਜੋ ਮੈਨੂੰ ਪਰਸਨਲੀ ਲੱਗ ਰਿਹਾ ਕਿ 70-80% ਰੀਅਪਲਾਈ ਕਰਨ ਨਾਲ ਵੀਜ਼ੇ ਆ ਰਹੇ ਨੇ ਐਂਡ ਰੈਗੂਲਰ ਵੀਜ਼ੇ ਆ ਰਹੇ ਨੇ। ਸੋ ਮੌਂਟਰੀਅਲ ਰਿਜੈਕਟਡ ਕੇਸਿਸ ਵਾਲੇ ਜਿੰਨੇ ਵੀ ਐਪਲੀਕੈਂਟਸ ਹੈਗੇ ਹੈ ਉਹ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਨਾਲ, ਮੈਨੂੰ ਅਪਾਇੰਟਮੈਂਟ ਲੈ ਕੇ ਆਪ ਮਿਲ ਸਕਦੇ ਹੋ। ਤੁਹਾਨੂੰ ਨਾਲ ਹੀ ਦੱਸਾਂਗੇ, ਇੱਕ ਦਿਨ 'ਚ ਕਲੀਅਰ ਕਰਾਂਗੇ ਕਿਹੜੇ ਕਾਲਜ ਵਿੱਚ ਦਾਖਲਾ ਦਿਵਾਵਾਂਗੇ, ਨਾਲ ਹੀ ਉੱਥੇ ਅਪਲਾਈ ਕਰਾਂਗੇ ਤੇ ਨਾਲ ਹੀ ਵਿਦਿਨ 4-5 ਡੇਜ਼ ਜਿੱਦਾਂ ਹੀ ਆਪਾਂ ਨੂੰ ਦਾਖਲਾ ਮਿਲਦਾ ਆਪਾਂ ਫੀਸ ਤਾਰਦੇ ਹਾਂ, ਫੀਸ ਪੇ ਕਰਦੇ ਹਾਂ ਕਾਲਜ ਦੀ, ਯੂਨੀਵਰਸਿਟੀ ਦੀ। 4 ਤੋਂ 5 ਦਿਨ ਦੇ ਵਿੱਚ ਅਸੀਂ ਐਮਬੈਸੀ ਵਿੱਚ ਫਾਈਲ ਲਾ ਦਾਂਗੇ ਜੀ। ਮਤਲਬ ਉਹਨਾਂ ਨੂੰ ਛੇਤੀ ਰੀਅਪਲਾਈ ਕਰਨ ਦੀ ਜ਼ਰੂਰਤ ਹੈ। ਬਿਲਕੁਲ ਮੈਡਮ, ਬਿਲਕੁਲ। ਅੱਛਾ, ਹੁਣ ਗੱਲ ਕਰਦੇ ਹਾਂ ਯੂਕੇ ਸੈਟਲਮੈਂਟ ਆਪਸ਼ਨਸ ਤੇ। ਬਿਲਕੁਲ ਜੀ। ਤੇ ਕੀ ਐਲੀਜੀਬਿਲਿਟੀ ਚਾਹੀਦੀ ਹੈ, ਵਰਕ ਪਰਮਿਟ, ਇਹਦੇ ਬਾਰੇ ਤੁਸੀਂ ਥੋੜਾ ਦੱਸੋ ਦਰਸ਼ਕਾਂ ਨੂੰ। ਯੂਕੇ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਯੂਕੇ ਬਾਰੇ। ਯੂਕੇ ਵਿੱਚ ਯੂਕੇ ਨੂੰ ਪ੍ਰਮੋਟ ਬਹੁਤ ਕੀਤਾ ਜਾ ਰਿਹਾ, ਅਸੀਂ ਵੀ ਪ੍ਰਮੋਟ ਕਰਦੇ ਹਾਂ। ਯੂਕੇ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸਪਾਊਸ ਬੱਚੇ ਨਾਲ ਜਾ ਸਕਦੇ ਹੈ ਮੇਨ ਐਪਲੀਕੈਂਟ ਦੇ। ਹੁਣ ਜਿੱਥੇ ਸਪਾਊਸ ਨਾਲ ਜਾ ਸਕਦਾ ਹੈ, ਕੈਨੇਡਾ ਵਿੱਚ ਵੀ ਆਪਾਂ ਕਹਿੰਦੇ ਕਿ ਸਪਾਊਸ ਜਾ ਸਕਦਾ, ਬਟ ਐਜ਼ ਅ ਕੰਸਲਟੈਂਟ, ਐਜ਼ ਅ ਪ੍ਰੋਫੈਸ਼ਨਲ ਮੈਂ ਆਪ ਹੀ ਕਹਿੰਦਾ ਕਿ ਦੇਖੋ ਪਹਿਲਾਂ ਬੱਚੇ ਦਾ ਵੀਜ਼ਾ, ਐਪਲੀਕੈਂਟ ਦਾ ਵੀਜ਼ਾ ਆਪਾਂ ਸਿਕਿਉਰ ਕਰ ਲਈਏ, ਉਸ ਤੋਂ ਬਾਅਦ 1 ਸਮੈਸਟਰ ਤੋਂ ਬਾਅਦ ਆਪਾਂ ਜਿਹੜਾ ਸੈਕੰਡਰੀ ਐਪਲੀਕੈਂਟ ਹੈ, ਜਿਹੜਾ ਸਪਾਊਸ ਹੈ, ਉਹਦੀ ਵੀ ਐਪਲੀਕੇਸ਼ਨ ਨੂੰ ਪੁੱਟ ਅਪ ਕਰਾਂਗੇ। ਬਟ ਇਸ ਤੋਂ ਜਮਾ ਹੀ ਉਲਟ ਹੁੰਦਾ ਹੈ ਯੂਕੇ ਵਿੱਚ। ਯੂਕੇ ਵਿੱਚ ਵੀਜ਼ਾ ਪ੍ਰੋਬੇਬਿਲਿਟੀ ਭਾਵੇਂ ਸਿੰਗਲ ਲਾ ਦਈਏ ਜਾਂ ਆਪਾਂ ਸਪਾਊਸ ਦੇ ਨਾਲ ਲਾ ਦਈਏ, ਵੀਜ਼ਾ ਪ੍ਰੋਬੇਬਿਲਿਟੀ ਸੇਮ ਹੈ। ਸੋ ਜਿਹੜੇ ਬੱਚੇ ਨੇ ਜਿਹਦੇ ਕੋਲ 3 ਸਾਲ ਦਾ ਗੈਪ ਹੈ, ਜਾਂ 18, 19, 20 ਵਿੱਚ 12ਵੀਂ ਕੀਤੀ ਹੈ, ਬੈਚਲਰ ਕੀਤੀ ਹੈ, ਜਾਂ ਉਸ ਤੋਂ ਪਹਿਲਾਂ 15, 16, 14 'ਚ ਕੀਤੀ ਹੈ, ਦੇਖੋ ਜਿਹੜੇ ਤਾਂ 18, 19, 20 ਪਾਸ ਆਊਟ ਹੈ ਉਹਨਾਂ ਲਈ ਤਾਂ ਵਿਦਆਊਟ ਆਇਲਸ ਵੀ ਅਸੀਂ ਦਾਖਲਾ ਕਰਾ ਕੇ ਵੀਜ਼ਾ ਲੈ ਰਹੇ ਹਾਂ ਤੇ ਲੈ ਕੇ ਦਿਖਾਵਾਂਗੇ ਤੁਹਾਨੂੰ। ਜਿਹੜੇ ਉਸ ਤੋਂ ਪਹਿਲਾਂ ਦੇ ਬੱਚੇ ਜਿਨ੍ਹਾਂ ਨੇ 12ਵੀਂ ਜਾਂ ਲਾਸਟ ਸਟੱਡੀ ਕੰਪਲੀਟ ਕੀਤੀ ਹੈ 14, 15, 16 'ਚ, ਜਾਂ ਮੈਂ ਕਹਿੰਦਾ 12, 13, 14, 15, 16, ਜੇ ਉਹਨਾਂ ਕੋਲ ਆਇਲਸ ਹੈਗਾ ਤੇ ਜੇ ਗੈਪ ਜਸਟੀਫਿਕੇਸ਼ਨ ਉਸ ਤੋਂ ਬਾਅਦ ਦੀ ਹੈਗੀ ਹੈ, ਯੂਕੇ ਵੀਜ਼ਾ ਵੀ ਲਵਾਂਗੇ ਤੇ ਨਾਲ ਪੋਸਟ ਸਟੱਡੀ ਵਰਕ ਪਰਮਿਟ ਵੀ ਅਵੇਲੇਬਲ ਹੈਗਾ ਜੀ। ਤੇ ਉਸ ਤੋਂ ਬਾਅਦ ਤੁਹਾਡੀ ਸੈਟਲਮੈਂਟ ਉੱਥੇ, ਜਿਹਨੂੰ ਆਪਾਂ PR ਕਹਿੰਦੇ ਹਾਂ ਕਿ ਕੈਨੇਡਾ ਵੀ ਦੇ ਰਹੀ ਹੈ, ਆਸਟ੍ਰੇਲੀਆ ਵੀ ਦੇ ਰਹੀ ਹੈ, ਯੂਕੇ ਨਹੀਂ ਦੇ ਰਹੀ। ਬਟ ਇੱਦਾਂ ਨਹੀਂ ਹੈ, ਯੂਕੇ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਤੋਂ ਬਾਅਦ ਤੁਹਾਨੂੰ ਪੱਕਾ ਵੀ ਕਰਦੀ ਹੈ, ਪੁਆਇੰਟ ਸਿਸਟਮ ਵੀ ਇਨ ਪਲੇਸ ਕਰਤਾ ਉਹਨਾਂ ਨੇ, ਜਿਹਦੇ ਬਾਰੇ ਆਪਾਂ ਅਗਲੀ ਵਾਰੀ ਗੱਲ ਵੀ ਕਰਾਂਗੇ, ਅਗਲੇ ਸ਼ੋਅ ਵਿੱਚ ਗੱਲ ਕਰਾਂਗੇ ਕਿ ਕਿੱਦਾਂ ਯੂਕੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਲਿੱਤੀ ਜਾ ਸਕਦੀ ਹੈ। ਸੋ ਜਿਹੜਾ ਵੀ ਕੋਈ ਐਪਲੀਕੈਂਟ ਜਿਹਦੇ ਕੋਲ ਗੈਪ ਜਸਟੀਫਿਕੇਸ਼ਨ ਹੈ, ਜਿਹਦੀ ਪੜ੍ਹਾਈ ਜੇ ਲੇਟੈਸਟ ਹੁਣ ਖਤਮ ਹੋਈ ਹੈ, ਆਇਲਸ ਹੈਗਾ ਨਹੀਂ ਹੈਗਾ, ਉਹ ਸਾਡੇ ਨਾਲ, ਸਾਡੀ ਟੀਮ ਨਾਲ ਸੰਪਰਕ ਕਰਕੇ ਜੇ ਯੂਕੇ ਜਾਣਾ ਹੈ, ਆਸਟ੍ਰੇਲੀਆ ਜਾਣਾ ਹੈ, USA ਜਾਣਾ ਹੈ, ਕੈਨੇਡਾ ਜਾਣਾ ਹੈ, ਤੁਸੀਂ ਕਿਸੇ ਵੀ ਕੰਟਰੀ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੇ ਤੁਸੀਂ ਸਾਡੀ ਟੀਮ ਨਾਲ, ਮੇਰੇ ਨਾਲ ਅਪਾਇੰਟਮੈਂਟ ਫਿਕਸ ਕਰਕੇ ਮਿਲ ਸਕਦੇ ਹੋ ਤੇ ਅਸੀਂ ਤੁਹਾਡੇ ਬਾਹਰ ਜਾਣ ਦਾ ਸੁਪਨਾ ਜਿੱਥੇ ਤੱਕ ਵੀ ਹੋ ਸਕਦਾ ਹੈਲਪ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਛਾ, ਆਪਾਂ ਨੈਕਸਟ ਸੈਸ਼ਨ ਦੇ ਵਿੱਚ ਇਹਦੇ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਾਂਗੇ। ਬਿਲਕੁਲ ਮੈਡਮ। ਤੁਸੀਂ ਸਾਡੇ ਨਾਲ ਇੰਨੀ ਜ਼ਿਆਦਾ ਇਨਫੋਰਮੇਸ਼ਨ ਸ਼ੇਅਰ ਕੀਤੀ, ਉਹਦੇ ਲਈ ਥੈਂਕ ਯੂ। ਅੱਛਾ, ਜਾਂਦੇ ਦਰਸ਼ਕਾਂ ਨੂੰ ਕੋਈ ਖਾਸ ਮੈਸੇਜ ਦੇਣਾ ਚਾਹੋਗੇ? ਦਰਸ਼ਕਾਂ ਨੂੰ ਇਹੀ ਕਹਿਣ ਦੀ ਕੋਸ਼ਿਸ਼ ਹੈ ਜੀ ਕਿ ਸਿੱਧੇ ਰਾਹ ਨਾਲ ਜਾਓ ਤੇ ਜੋ ਤੁਹਾਡੀ ਡਾਕੂਮੈਂਟੇਸ਼ਨ ਹੈ ਇੱਕ ਚੰਗੇ ਕਰੀਅਰ ਕਾਉਂਸਲਰ ਕੋਲ ਲੈ ਕੇ ਜਾਓ, ਆਪ ਦਾ ਕੋਰਸ ਸਿਲੈਕਟ ਕਰਾਓ, ਯੂਨੀਵਰਸਿਟੀ ਸਿਲੈਕਟ ਕਰਾਓ, ਕਾਲਜ ਸਿਲੈਕਟ ਕਰਾਓ, ਮੁਲਕ ਸਿਲੈਕਟ ਕਰਾਓ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਸਕਦਾ ਉੱਥੇ ਨਹੀਂ ਕਿਸੇ ਹੋਰ ਕੰਟਰੀ 'ਚ ਤੁਹਾਡਾ ਵੀਜ਼ਾ ਆਸਾਨੀ ਨਾਲ ਲਿੱਤਾ ਜਾ ਸਕਦਾ, ਹੋ ਸਕਦਾ ਦੂਜੀ ਕੰਟਰੀ ਵਿੱਚ ਆਪਸ਼ਨ ਤੁਹਾਡੇ ਕੋਲ ਵਧੀਆ ਹੋਵੇ ਬਟ ਤੁਸੀਂ ਉਹਨੂੰ ਐਕਸਪਲੋਰ ਨਹੀਂ ਕੀਤਾ। ਸੋ ਇਹ ਜਿਹੇ ਵਧੀਆ ਕਰੀਅਰ ਕਾਉਂਸਲਰ ਨੂੰ ਮਿਲਣ ਦੀ ਲੋੜ ਹੈ ਤੇ ਜੇ ਤੁਸੀਂ ਇੱਕ ਵਧੀਆ ਭਵਿੱਖ ਆਪ ਦਾ ਦੇਖਦੇ ਹੋ ਕਿਸੇ ਹੋਰ ਕੰਟਰੀ ਵਿੱਚ ਤੇ ਤੁਸੀਂ ਸਿੱਧੇ ਰਾਹ ਐਂਡ ਪੱਕੀ ਡਾਕੂਮੈਂਟੇਸ਼ਨ ਨਾਲ ਹੀ ਅਪਲਾਈ ਕਰੋ, ਇਹੀ ਕਹਿਣਾ ਚਾਹੁੰਦਾ ਮੈਮ। ਥੈਂਕ ਯੂ ਸੋ ਮਚ ਬਿਸਮਨ ਜੀ। ਅਸੀਂ ਮਿਲਾਂਗੇ ਤੁਹਾਨੂੰ ਅਗਲੀ ਵਾਰ। ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।